सेवा करके ये मान पाएगा, सेवा करके ये मान पाएगा। सेवा करके ये मान पाएगा, सेवा करके ये मान पाएगा। जपिए ता दूर दुखड़े, सेवा करके मान पाएगा। नाम जपिए ता दूर दुखड़े, सेवा करके मान पाएगा। परम सत्कारयोग गुरु नानक नाम लेवा साध संगत जी प्रवचन महापुरुषों के नाम जपीए तो दूर होंदे दुखड़े, सेवा करके मान पाइंदा। गुरु को जिन्ना परमेश्वर का भजन, जिन्ना परमेश्वर का नाम जपया जाऊ, उन्ने उन्ने दुख दरिद्र वो दूर होंदे जाणगे। ये शक्ति आ नाम दे विच, ये बहुत बड़ी खेड आ नाम दे विच कि नाम जप के नेकां दे ही दुख दूर तो होए गए ने। दुख दूर होने तो इलावा जिन्हें अपराधी थे वो अपराध भी छड़ गए। किदा किदा इतिहास ले लीए आपां। अजामल पापी कौन सी, की अपराध करता सी, पर जदों वाहिगुरू का नाम जपन लग गया, महापुरुषों के
ਸੰਗਤ ਹੋਈ, ਮਹਾਂਪੁਰਸ਼ਾਂ ਦੇ ਬਚਨਾਂ ਨੂੰ ਮੰਨਣ ਲੱਗ ਗਿਆ। ਉਹ ਇੱਕ ਅਪਰਾਧੀ ਉਹ ਨਹੀਂ, ਉਹ ਮਹਾਂਪੁਰਸ਼ ਬਣ ਗਿਆ। ਅਜਾਮਲ ਪਾਪੀ ਦੇਖ ਲਓ, ਇਤਿਹਾਸ ਪੜ੍ਹ ਕੇ ਦੇਖ ਲਓ। ਉਸ ਤੋਂ ਬਾਅਦ ਦੇ ਵਿੱਚ ਦੂਸਰਾ ਮੈਂ ਤੁਹਾਨੂੰ ਇੱਕ ਹੋਰ ਇਤਿਹਾਸ ਦੇ ਵਿੱਚ ਹੀ ਦੱਸਦਾ। ਇੱਕ ਸਾਧਨਾ ਕਸਾਈ ਹੋਇਆ। ਸਾਧਨਾ ਕਸਾਈ, ਕਸਾਈਆਂ ਦਾ ਕੰਮ ਹੁੰਦਾ ਜਾਨਵਰ ਵੱਢ ਕੇ ਉਹਨਾਂ ਦਾ ਮਾਸ ਵੇਚਣਾ, ਮਾਸ ਵੇਚ ਕੇ ਆਪਣਾ ਗੁਜ਼ਾਰਾ ਕਰਨਾ। ਸਾਧਨਾ ਕਸਾਈ। ਪਰ ਸਾਧਨਾ ਕਸਾਈ ਨੂੰ ਇੱਕ ਐਸੇ ਮਹਾਂਪੁਰਸ਼ਾਂ ਦੀ ਆਵਾਜ਼ ਉਹਦੇ ਕੰਨਾਂ 'ਚ ਪਈ, ਐਸੇ ਮਹਾਂਪੁਰਸ਼ਾਂ ਦੇ ਸੰਗਤ ਪ੍ਰਾਪਤ ਹੋਈ। ਉਹ ਸਾਰੇ ਅਪਰਾਧ ਕਰਨੇ ਬੰਦ ਕਰਕੇ ਸਾਧਨਾ ਕਸਾਈ ਤੋਂ ਕਿ ਸਾਧਨਾ ਭਗਤ ਬਣ ਗਿਆ। ਇੰਨੇ ਪਾਪ ਕਰਦਾ ਸੀ ਅਜਾਮਲ ਪਾਪੀ। ਇੱਕ ਮਹਾਂਪੁਰਸ਼ਾਂ ਦੀ ਸੰਗਤ ਹੋਈ, ਉਹਨਾਂ ਨੇ ਨਾਮ ਦੇ ਨਾਲ ਜੋੜਿਆ, ਨਾਮ ਜਪਣ ਲੱਗ ਗਿਆ। ਅਜਾਮਲ ਪਾਪੀ ਤੋਂ ਅਜਾਮਲ ਸੰਤ ਬਣ ਗਿਆ। ਉਹ ਸੰਤ, ਇਤਿਹਾਸ ਪੜ੍ਹ ਕੇ ਦੇਖ ਲਓ। ਉੱਧਰ ਗਨਕਾ ਬੇਸ਼ਵਾ ਲੈ ਲਈਏ ਜੇ ਆਪਾਂ। ਗਨਕਾ ਬੇਸ਼ਵਾ, ਗਨਕਾ ਬੇਸ਼ਵਾ ਕੀ ਕਰਦੀ ਸੀ? ਮਾੜੇ ਕਰਮ ਕਰਕੇ ਉਹਨੇ ਆਪ ਦਾ ਗੁਜ਼ਾਰਾ ਚਲਾਉਣਾ, ਆਪਣਾ ਸਰੀਰ ਵੇਚ ਕੇ ਹੀ ਉਸ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ। ਪਰ ਉਸ ਨੂੰ ਇੱਕ ਸੰਤ ਮਹਾਂਪੁਰਸ਼ ਮਿਲੇ। ਉਹਦੇ ਘਰ ਦੇ ਵਿੱਚ ਹੀ ਮਿਲਣ ਦਾ ਮਿਲਾਪ ਹੋਣ ਦਾ ਚਾਂਸ ਬਣਿਆ। ਐਸਾ ਚਾਂਸ ਬਣਿਆ, ਉਹਨਾਂ ਮਹਾਂਪੁਰਸ਼ਾਂ ਨੇ ਉਹਨੂੰ ਇੱਕ ਤੋਤਾ ਦਿੱਤਾ। ਕੀ ਕਿਹਾ? ਬੇਟਾ ਆ ਮੈਂ ਤੈਨੂੰ ਇੱਕ ਤੋਤਾ ਦੇ ਕੇ ਚੱਲਿਆ, ਇਸ ਨੂੰ ਤੂੰ ਨਾਮ ਜਪਾਉਣਾ ਅਤੇ ਨਾਮ ਜਪਣਾ। ਜਦੋਂ ਉਹ ਮਹਾਂਪੁਰਸ਼ਾਂ ਨੇ ਇੰਨੇ ਬਚਨ ਕਹੇ ਨਾ ਉਹਨੂੰ ਬੇਟਾ, ਉਹਨੇ ਭੁੱਬ ਮਾਰੀ। ਦੋਨੇ ਨੇਤਰਾਂ ਵਿੱਚੋਂ ਦਲ ਦਲ ਕਰਕੇ ਜਲ ਵਗਣ ਲੱਗ ਗਿਆ। ਨਾਲੇ ਰਸਲ ਵਿੱਚੋਂ ਕਹਿੰਦੀ ਹੈ, ਬਾਬਾ ਜੀ ਤੁਸੀਂ ਮੈਨੂੰ ਪਹਿਲੇ ਇਨਸਾਨ ਅੱਜ ਮੇਰੇ ਕੋਲ ਆਏ ਹੋ ਜਿਹੜਾ ਮੈਨੂੰ ਬੇਟਾ ਕਿਹਾ। ਇੱਥੇ ਬੇਟਾ ਕਹਿਣ ਵਾਲਾ ਕੋਈ ਨਹੀਂ ਆਉਂਦਾ। ਮੈਂ ਇਸ ਕਰਕੇ ਜਦੋਂ ਤੁਹਾਡੇ ਮੈਨੂੰ ਬੇਟਾ ਕਿਹਾ, ਮੇਰੇ ਇੰਨਾ ਬਰਾਗ ਚੱਲਿਆ, ਇੰਨਾ ਬਰਾਗ ਚੱਲਿਆ, ਮੈਂ ਥੰਮ ਨਹੀਂ ਸਕੀ। ਇਹ ਜਿਹੜਾ ਬਰਾਗ ਹੁੰਦਾ ਨਾ, ਬਰਾਗ ਜਦੋਂ ਆਉਂਦਾ ਇਨਸਾਨ ਨੂੰ, ਉਹਦੇ ਪਿਛਲੇ ਪਾਪ ਧੋਤੇ ਜਾਂਦੇ ਨੇ। ਜਿਵੇਂ ਇੱਕ ਬਸਤਰ ਮੈਲਾ ਹੋਇਆ ਹੋਵੇ, ਉਹ ਬਸਤਰ ਨੂੰ ਸਾਬਣ ਲਾ ਲਈਏ, ਉਹਨੂੰ ਧੋ ਲਈਏ, ਸਾਫ਼ ਹੋ ਜੂ, ਮੈਲ ਨਿਕਲ ਜੂ, ਸਫੈਦ ਹੋ ਜੂਗਾ। ਇਸੇ ਤਰ੍ਹਾਂ ਇੱਕ ਮਨ ਰੂਪੀ ਕੱਪੜਾ, ਉਹਦੇ ਬਾਰੇ ਲਿਖਿਆ, जन्म जन्म की मैल लगी मन काला हुआ स्वाह। मन काला स्वाह होया पिया। वो किवें धोता जाऊगा? ਉਹਨੂੰ ਕਿਹੜੀ ਸਾਬਣ ਆ? ਉਹ ਸਾਬਣ ਮਹਾਂਪੁਰਸ਼ਾਂ ਕੋਲੋਂ ਮਿਲਦੀ ਆ, ਹੋਰ ਨਹੀਂ ਕਿਤੋਂ ਮਿਲਦੀ। ਉਹ ਸਾਬਣ ਕਿਹੜੀ ਆ? ਉਹ ਜਿਹੜਾ ਬਸਤਰ ਜਨਮਾਂ ਜਨਮਾਂ ਦਾ ਮੈਲ ਲੱਗੀ ਹੋਈ ਆ, ਉਹਨੂੰ ਸਾਫ਼ ਕਰਨਾ
ਉਹ ਸਾਬਣ ਜਪਜੀ ਸਾਹਿਬ ਦੀ ਬਾਣੀ ਵਿੱਚ ਹੈਗੀ ਆ ਉਹਦੇ ਬਾਰੇ ਲਿਖਿਆ, ਭਰੀਏ ਹੱਥ ਪੈਰ ਧਰਦੇ, ਪਾਣੀ ਧੋਤੇ ਉਤਰ ਕੇ, ਪੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਧੋਏ। ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਪੇ ਕੇ ਰੰਗ। ਉਹ ਕਿਹੜੀ ਸਾਬਣ ਮਹਾਂਪੁਰਸ਼ ਦਿੰਦੇ ਨੇ, ਉਹ ਆ ਸਾਬਣ ਇਸ ਤਰ੍ਹਾਂ ਪੜੋ ਸਾਧ ਸੰਗਤ ਜੀ। ਤੇਰੀ ਮੱਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਕੇ ਤੋਲੇ ਬੰਦਿਆ। ਤੇਰੀ ਮੱਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਕੇ ਤੋਲੇ ਬੰਦਿਆ। ਤੇਰੀ ਮੱਤ ਪਾਪਾਂ ਦੇ ਨਾਲ ਭਰ ਗਈ ਐ, ਕੋਈ ਨਾਮ ਜਪ ਕੇ ਤੋਲੇ ਮੂਰਖਾ। ਤੇਰੀ ਮੱਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਕੇ ਤੋਲੇ ਬੰਦਿਆ। नाम जप के तू तोले बंदिया, नाम जप के तू तोले बंदिया। नाम जप के तू तोले गाफला, नाम जप के तू तोले गाफला। तेरी मत पापां दे नाल भर गई है, नाम जप के तोले बंदिया।
मत पापां दे नाल भर गई है, कोई नाम जप के तो लै बंदिया। गुरु को जदों कोई भी इंसान है, चाहे इस मात लोक दे विच जदों माता दी उधर चो उन्हें जन्म लिया, उन्हें कर्म रूपी जन्म लिया। कर्म रूपी का भाव की ये जिहड़ा शरीर आ ये कर्मां दा बनया होया। इस शरीर नूं जिन्ना भी मटीरियल लग्या होया, चंगे ते माड़े कर्म दोए कर्मां दा लग्या होया। इस करके गुरु ग्रंथ साहब की बाणी दे विच फैसला किया, दद्दा दोषां दे दोष अपने कर्मां, जो मैं किया सो मैं पाया, दोषां दे अवर जाना। आपां माड़ी जी अपने घर दे विच तकलीफ आउंदी है, दोष आपां गुआंढियां नूं देण लग जांदे, रिश्तेदारां नूं देण लग जांदे आ, अपने सज्जण मित्रां नूं देण लग जांदे आ, पर कदे अपने वल नहीं झाती मारी। तू देख पिछले जन्म दे विच की कर्म करके आया, किन्ने क पाप कर्म किए, किन्ने क पुण्य कर्म किए, किन्ने क चंगे कर्म किए, किन्ने क माड़े कर्म किए। वो झाती मार फिर प्रकाश हो जाता, बंदे नूं चानना हो जाता भी मैं तो झूठा कह रहा, मैं आप ही झूठा। क्योंकि इत्थे जदों माता दे उधर चो जन्म ले लिया, वो फिर जिहड़ा कम करदा माड़े और चंगे कर्म दा करदा, जिहदा कीते ने माड़े कर्म फिर इत्थे आके तो नहीं बन सकदा भगत वो एकदम नहीं। जे कीते ने चंगे कर्म तो फिर कई बार आपां कहने बच्चा छोटा जिहा यार आउंदे ही कही जांदा मैं तो गुरुद्वारे जाना, मैं तो गुरुद्वारे जाना। बच्चा छोटा जिहा पता नहीं साढ़े घर दे विच कोई कह नहीं जानता, बैग नूं छोटा जिहा उहदे बह 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 करदा। वो क्यों करदा? ਉਹਦੇ पिछले जन्म के कर्म चंगे करे हुए ने, पिछले जन्म चो पानी नाल जुड़िया, गुरुद्वारे नाल जुड़िया होया। ਉਹਦੀ माता ने जो जन्म दिता, जन्म देने तो पहला ਉਹਦੀ माता रोज़ गुरुद्वारे जाती सी। ਉਹਦੀ माता ने जो ਉਹਨੂੰ जन्म दिता, जन्म देने तो पहला ਉਹਦੀ माता मूल मंत्र वाहिगुरू वाहिगुरू का जाप करती सी। जदों उस बच्चे को उसकी माता ने जन्म दिता ना, उस दिन भी अपने घर दे विच जिहड़े फोटो स्वरूप लगे हुए थे, गुरु नानक देव जी महाराज का स्वरूप लग्या फोटो, उन्होंने मत्था टेकदी सी। राणा साहब बड़े संतां दा स्वरूप लग्या बैठके च, उन्होंने रोज़ मत्था टेकदी सी। दशमेश पिता गुरु गोबिंद सिंह महाराज का स्वरूप फोटो घर दे विच लगी है, बैठक च लगी हुई है। तड़के उठ के निंदे कढ़ के मूँह धोने तो पहले उन्होंने मत्था टेकदी सी।
इस करके जो वो बच्चे ने जन्म दिता ਉਹਦੇ ਸੰਸਕਾਰ ਪਰ ਆਪਣੀ ਮਾਂ ਵਰਗੇ ਬਣ ਗਏ। ਉਹਦੇ ਸੰਸਕਾਰ ਜਿਹੜਾ ਉਹਨੇ ਪਿੱਛੇ ਨਾਮ ਜਪਿਆ ਉਹਦੇ ਉਹੇ ਜਿਹੇ ਬਣ ਗਏ। ਇਹ ਗੁਰੂ ਕੋ ਪਿੱਛੇ ਜਿਹੇ ਜਿਹੇ ਸੰਸਕਾਰ ਕਰਮ ਕੀਤੇ ਹੁੰਦੇ ਨੇ ਉਹੇ ਜਿਹੇ ਇੱਥੇ ਆ ਕੇ ਭਾਈ ਬਣ ਜਾਂਦੇ ਨੇ। ਹੁਣ ਕਈ ਕਹਿੰਦੇ ਨੇ ਇਹਦੇ ਘਰ ਦੇ ਵਿੱਚ ਤਾਂ ਯਾਰ ਕੋਈ ਪਤਾ ਹੀ ਨਹੀਂ ਕਿੰਨੇ ਕੁ ਕਣਕ ਦੀਆਂ ਬੋਰੀਆਂ, ਮੱਕੀ ਦੀਆਂ ਬੋਰੀਆਂ, ਚੀਨੀ ਦੀਆਂ ਬੋਰੀਆਂ ਪਈਆਂ ਨੇ ਹਰ ਵਕਤ। ਉਹ ਕਿਉਂ ਪਈਆਂ ਨੇ? ਉਹਨੇ ਪਿੱਛੇ ਦਾਨ ਕੀਤਾ, ਗੁਰਦੁਆਰੇ ਜਾ ਕੇ ਲੰਗਰ ਨੂੰ ਦਾਨ ਕੀਤਾ। ਗੁਰਦੁਆਰੇ ਜਾ ਕੇ ਕਿਸੇ ਦੇ ਖੰਡ ਪਾਠ ਦਾ ਭੋਗ ਪਿਆ, ਉੱਥੇ ਜਾ ਕੇ ਲੰਗਰ ਚਲਾਤਾ, ਦਾਨ ਕੀਤਾ। ਕਿਸੇ ਘਰ ਦੇ ਵਿੱਚ ਸਾਂਝਾ ਕੰਮ ਗੁਰਦੁਆਰੇ ਹੋ ਰਿਹਾ, ਗੁਰਦੁਆਰੇ ਪਿੰਡ ਦਾ ਸਾਂਝਾ ਲੰਗਰ ਚੱਲਣਾ, ਉਹਦੇ ਵਿੱਚ ਉਹਨੇ ਉਹ ਦਾਨ ਪਾਤਾ, ਕਣਕ ਪਾਤੀ, ਛੋਲੇ ਪਾਤੇ, ਮੱਕੀ ਪਾਤੀ, ਚੀਨੀ ਪਾਤੀ। ਜਿੰਨਾ ਦਾਨ ਕਰਦੇ ਹੋ ਇਹਦਾ 10 ਗੁਣਾ ਵਧੀ ਜਾਂਦਾ। ਦੇਖ ਲਓ ਕਰਕੇ। ਮੈਂ ਗਰੰਟੀ ਨਾਲ ਕਹਿੰਦਾ ਜੇ ਤੁਸੀਂ 1 ਰੁਪਈਆ ਗੱਲੇ ਵਿੱਚ ਪਾਵੋਗੇ ਗੁਰੂ ਗ੍ਰੰਥ ਸਾਹਿਬ ਦੇ ਪੂਰੇ, ਤੁਹਾਡੇ 10 ਰੁਪਈਏ ਬਣ ਜਾਣੇ ਨੇ। ਜਿੱਥੋਂ ਮਰਜ਼ੀ ਬਣਨ 10 ਰੁਪਈਏ ਬਣਨਗੇ ਤੁਹਾਡੇ। ਜੇ ਤੁਨੇ ਕਿਸੇ ਗਰੀਬ ਨੂੰ, ਭੁੱਖੇ ਨੂੰ ਪ੍ਰਸ਼ਾਦਾ ਛਕਾਤਾ, ਕਿਸੇ ਗਰੀਬ ਦੇ ਵਸਤਰ ਬਾਟੇ ਨੇ, ਉਹਨੂੰ ਵਸਤਰ ਲੈਤੇ। ਪੋਹ ਮਾਘ ਦਾ ਮਹੀਨਾ ਅੱਜ ਲੋਕ ਕਿੰਨੀ ਸਰਦੀ ਪੈਂਦੀ ਆ ਹੁਣ। ਇਹੀ ਜਿਹੀ ਸਰਦੀ ਵਿੱਚ ਕੋਈ ਗਰੀਬ ਪਰਿਵਾਰ ਆ, ਉਹਦੇ ਜੋੜੇ ਨਹੀਂ ਹੈਗੇ, ਉਹਦੀ ਜੁੱਤੀ ਨਹੀਂ ਹੈਗੀ, ਉਹ ਲੈ ਨਹੀਂ ਸਕਦਾ ਵਿਚਾਰਾ ਰੋਟੀ ਤੋਂ ਅੱਜ। ਉਹ ਜਿਹਨੂੰ ਜੁੱਤੀ ਲੈ ਦਿਓ, ਜੋੜਾ ਲੈ ਦਿਓ, ਜਰਾਬਾਂ ਲੈ ਦਿਓ, 10 ਗੁਣੀਆਂ ਮਿਲਣਗੀਆਂ। ਕਿਸੇ ਨੂੰ ਇੱਕ ਕੁੜਤਾ ਸਵਾ ਦਿਓ, ਕਿਸੇ ਨੂੰ ਮਾੜਾ ਮੋਟਾ ਛੋੜੇ ਵਾਸਤੇ ਕੱਪੜਾ ਲੈ ਦਿਓ। ਇਹਨਾਂ ਬਾਰੇ ਆਪਾਂ ਪੜ੍ਹਦੇ ਹਾਂ, ਕਿੱਦਾਂ ਪੜ੍ਹਦੇ ਹਾਂ, ਇਸ ਤਰ੍ਹਾਂ ਪੜ੍ਹੋ ਸਕਦਾ ਜੀ। ਕੀਤੇ ਕੱਪੜਾ ਦਾਨ ਨਾ ਕੀਤਾ, ਉਹ ਕਿੱਥੋਂ ਪਾੜੇ ਥਾਨ ਰੇਸ਼ਮੀ। ਕਦੇ ਕੱਪੜਾ ਦਾਨ ਨਾ ਕੀਤਾ, ਕਿੱਥੋਂ ਪਾੜੇ ਥਾਨ ਰੇਸ਼ਮੀ। ਕਿੱਥੋਂ ਪਾੜੇ ਕਿੱਥੋਂ ਪਾੜੇਗੀ ਥਾਨ ਰੇਸ਼ਮੀ। ਕਿੱਥੋਂ ਪਾੜੇ ਤੂੰ ਥਾਨ ਰੇਸ਼ਮੀ। ਕਿੱਥੋਂ ਪਾੜੇਗੀ
ਰੇਸ਼ਮੀ ਕਿੱਥੋਂ ਪਾਲੇ ਤੂੰ ਉਹ ਥਾਨ ਰੇਸ਼ਮੀ कपड़ा दान ना कीता कितो पाड़े थान रेशमी किसे कपड़ा दान ना कीता कितो पाड़े थान रेशमी ਹੁਣ ਕਦੇ ਕੱਪੜਾ ਦਾਨ ਨਹੀਂ ਕੀਤਾ, ਇੱਕ ਲੀਰ ਤਾਂ ਕਿਸੇ ਨੂੰ ਦਾਨ ਨਹੀਂ ਕੀਤੀ। ਥਾਣ ਭਾੜ ਦਾ ਰੇਸ਼ਮੀ ਕਿੱਥੋਂ ਮਿਲਣਗੇ? ਨਹੀਂ ਮਿਲਦੇ। ਜਿੰਨਾ ਤੂੰ ਦਾਨ ਇੱਥੇ ਕਰਦਾ ਤੈਨੂੰ 10 ਗੁਣਾ ਦਾਨ ਮਿਲੂਗਾ। 10 ਗੁਣਾ ਦਾਨ ਜਿਹੜੇ ਇੱਥੇ ਆ ਕੇ ਹੌਸਲੇ ਦੇ ਨਾਲ ਪੁੰਨ ਕਰਦੇ ਨੇ, ਇੱਥੇ ਆ ਕੇ ਹੌਸਲੇ ਨਾਲ ਗੁਰੂ ਦੇ ਲੰਗਰ ਦੇ ਵਿੱਚ ਗੁਰੂ ਦਾ ਲੰਗਰ ਚਲਾਉਂਦੇ ਨੇ, ਜਿਹੜੇ ਗੁਰੂ ਘਰ ਦੇ ਵਿੱਚ ਆ ਕੇ ਆਪਣਾ ਤਨ ਮਨ ਤਨ ਲਾ ਦਿੰਦੇ ਨੇ, ਉਹਨੂੰ ਤੋੜ ਫਿਰ ਰਹੂ ਕਿਹੜੀ ਚੀਜ਼ ਦੀ? ਕਿੱਥੇ ਰਹੂਗੀ? ਉਹਨੂੰ ਪਿਛਲੇ ਕਰਮਾਂ ਕੀਤਾ ਮਿਲ ਰਿਹਾ, ਫਿਰ ਦੂਆ ਬੰਦਾ ਦੇਖ ਕੇ ਜਲਦਾ, ਉਹਨੂੰ ਜਲ ਲਾਉਂਦੀ ਆ। ਕੀ ਕਮਾਲ ਦੀ ਗੱਲ ਆ ਯਾਰ, ਮੈਂ ਵੀ ਰੋਜ਼ ਜਾਣਾ ਬਾਬਾ ਜੀ ਕੋਲ, ਮੈਨੂੰ ਤਾਂ ਕਦੇ ਮਿਲਿਆ ਨਹੀਂ ਹੈਗਾ ਰੇਸ਼ਮੀ ਕੋਈ ਚੀਜ਼ ਕੱਪੜਾ ਅੱਜ ਤੱਕ। ਮੇਰਾ ਗੁਆਂਢੀ ਇਹ ਰੋਜ਼ ਹੀ ਰੇਸ਼ਮੀ ਕੁੜਤਾ ਪਜਾਮਾ ਪਹਿਨਦਾ, ਇਹ ਕੀ ਗੱਲ ਹੋ ਗਈ? ਕੋਈ ਸਮਝ ਤੋਂ ਬਾਹਰ ਆ ਗੱਲ। ਫਿਰ ਉੱਥੇ ਕੀ ਹੁੰਦੀ ਹੈ? ਉਹ ਈਰਖਾ ਕਰਨ ਲੱਗ ਜਾਂਦਾ, ਉਹਦੇ ਨਾਲ ਜਲ ਕਰਨ ਲੱਗ ਜਾਂਦਾ, ਵੈਰ ਕਰਨ ਲੱਗ ਜਾਂਦਾ, ਵਿਰੋਧ ਕਰਨ ਲੱਗ ਜਾਂਦਾ। ਉਦੋਂ ਵੀ ਜਾਂਦਾ ਨਹੀਂ। ਮਹਾਰਾਜ ਕਹਿੰਦੇ ਤੂੰ ਆਪਣੇ ਹੱਥੀਂ ਦਾਨ ਲੱਗ ਜਾ ਕਰਨ, ਆਪਣੀ ਰਸ ਨਾਲ ਵੱਧ ਤੋਂ ਵੱਧ ਨਾਮ ਜਪਣ ਲੱਗ ਜਾ, ਭਜਨ ਲੱਗ ਜਾ ਕਰਨ। ਕਹਿੰਦਾ ਦੇਖ ਫਿਰ ਤੇਰਾ ਖਜ਼ਾਨਾ ਕਿਵੇਂ ਭਰਦਾ, ਕਿਵੇਂ ਤੇਰੇ ਘਰ ਦੇ ਵਿੱਚ ਬੋਰੀਆਂ ਭਰਦੇ ਨੇ ਕਣਕਾਂ ਦੀਆਂ, ਕਿਵੇਂ ਤੂੰ ਮਿੱਠਾ ਦਾਲ ਕਰਦਾ, ਕਿਵੇਂ ਚੀਨੀ ਦੀਆਂ ਬੋਰੀਆਂ ਭਰਦੀਆਂ ਨੇ। ਇੱਕ ਕੌਲੀ ਜੇ ਚੀਨੀ ਦੀਆਂ ਨਾ ਬੋਰੀਆਂ ਭਰਦੇ ਨੇ। ਮੈਂ ਆਪਣੀ ਹਕੀਕਤ ਦੱਸਦਾ, ਕਿਸੇ ਦੀ ਗੱਲ ਛੱਡੋ, ਕਿਸੇ ਦੀ ਗੱਲ ਕਰਨੀ ਨਹੀਂ ਚਾਹੀਦੀ। ਮੈਂ ਆਪਣੀ ਹਕੀਕਤ ਦੱਸਦਾ। ਜਦੋਂ ਮੈਂ ਸ਼੍ਰੀਮਾਨ ਸੰਤ ਮਹਾਰਾਜ ਸੁਖਦੇਵ ਸਿੰਘ ਨੂੰ ਮਿਲਿਆ, ਮੇਰੇ ਦਰਸ਼ਨ ਹੋਏ। ਪਹਿਲਾਂ ਤਾਂ ਮੈਂ ਦਰਸ਼ਨ ਕਰਕੇ ਹੀ ਇੰਨਾ ਆਨੰਦ 'ਚ ਆਇਆ, ਇੰਨਾ ਮੇਰੇ ਸਰੀਰ ਦੇ ਉੱਪਰ ਵਜਨ ਹੌਲਾ ਹੋਇਆ ਕਿ ਉਹ ਪਰਮੇਸ਼ਰ ਜਾਣਦਾ ਜਾਂ ਮੈਂ ਜਾਣਦਾ।
मैं फिर महापुरुष चों बचन किए, महाराज कृपा करो, मेरे पापी से दुराचारी से मैं तो कि गरीब माना होके अपने चरणों में आया। गरीब होके मिलता कुछ, सेठ होके जाइए किसी को कख नहीं मिलता। जे कोई भांडा खाली होगा तो ही भरू, जे भरिया लैके जाए वो कहते कितों भरूगा वो गरीब होके। मैं तो गरीब है महाराज, मेरे गरीब से कृपा करो, मैं अज रोटी तो अज मैं वचन किया संत महाराज। मैं हकीकत तो थानू मैं अपने नानके परिवार दे विच रहदा सी। ਉਹ ਲੌਰਾ ਸਾਹਿਬ ਤੋਂ ਕਿਲੋ 1.5 ਕਿਲੋਮੀਟਰ ਬਸ ਇੱਦਾਂ ਕਿਤੇ ਬਸ ਛਾਉਣੀਆਂ ਦੇ ਪਿੱਛੇ ਹੀ ਸੜਕ ਜਾਂਦੀ ਸੀ। ਮੈਂ ਅੰਮ੍ਰਿਤ ਵੇਲੇ ਉੱਠਣਾ ਆਪਣੇ ਨਾਨਕੇ ਘਰ, ਉੱਥੇ ਨਲਕੇ ਲੱਗੇ ਹੁੰਦੇ ਸੀ ਬਾਹਰ ਵਿਹੜੇ 'ਚ। ਮੈਂ ਆਪਣਾ ਟੱਪ, ਬਾਲਟੀ, ਸਾਬਣ, ਤੇਲ ਜੋ ਵੀ ਲਾਉਣ ਵਾਲਾ ਹੁੰਦਾ ਸੀ, ਮੈਂ ਰਾਤ ਨੂੰ ਸਾਰਾ ਸਮਾਨ ਕੱਢ ਕੇ ਮੈਂ ਉੱਥੇ ਰੱਖ ਦਿੰਦਾ ਸੀ ਆਪਣਾ। ਮੇਰੇ ਕੋਲ ਉੱਪਰ ਚੁਬਾਰਾ ਸੀ, ਚੁਬਾਰੇ ਦੀਆਂ ਪੌੜੀਆਂ ਥੱਲੇ ਉਤਰਦੀਆਂ ਸੀ। ਥੱਲੇ ਉਤਰ ਕੇ ਉਹ ਵਿਹੜੇ ਜਿੱਥੇ ਰੱਖੇ ਲੱਗੇ ਹੋਏ ਸੀ, मैं उत्थे इशनान करना। इशनान करके उन्होंने दिनों के विच एक हीरो स्कूटरी जी होंदी सी, बड़ी मशहूर थी, वो पैडलों नाल भी चलती सी। जे किते तेल की प्रॉब्लम हो जानी तो पैडल नाल भी चल पड़े, नहीं पैडल मारो, पैडल जे जदों स्टार्ट हो जाती सी। मैं वो स्कूटरी लै जानी उत्थों, जे किते बंद हो जाना मैं पैडल मार लग जाना, पैडल नाल चलना। जे किते वो गर्म हो जाती, उन्हें चंगी कोई किस्मत ਉਹਦੀ ਜਾਗਣੀ ਸੀ ਜਾਂ ਮੇਰੀ ਜਾਗਣੀ ਸੀ, ਟਾਈਮ 'ਤੇ ਪਹੁੰਚਣਾ, ਉਹਨੇ ਆਪ ਹੀ ਸਟਾਰਟ ਹੋ ਜਾਂਦੀ, ਮੈਂ ਬਹਿ ਜਾਣਾ। ਪਹਿਲੀ ਕੁੰਡੀ 7 ਵਾਰੀ 6 ਵਜੇ ਖੁੱਲ੍ਹਦੀ ਸੀ। ਇਹ ਟਾਈਮ 'ਤੇ ਬਾਬਾ ਜੀ ਦਾ ਰੱਖਿਆ ਕੁੰਡੀ ਦਾ। ਪਹਿਲੀ ਕੁੰਡੀ 6 ਵਜੇ, ਦੂਜੀ 10-11 ਵਜੇ, ਤੀਜੀ ਫਿਰ 2:30-3 ਵਜੇ, चौथी फिर 3-3:30 बजे। इदा टाइम च रखे बाबा जी का। वो कुंडी जो बंद हो जाती फिर खोलते नहीं कोई, टाइम से खोलती सी। मैं 6वीं कुंडी नूं 7 को पहुँच जाता। पहली कुंडी पौष माह का महीना देखो, ठंडे पानी के नाल मैं इशनान करके फिर स्कूटरी के उपर तुसीं हत्थ देख लो, हत्थों नूं ठंड तो लगती हुआ, या साइकिल चला रहे जी जी स्कूटरी चला ली, हथों तो नंगे रहते ही रहे, मेरे हथ सड़ चढ़े। कई बार मेरे हथों में उस स्कूटरी जी निकल जानी, मैं फिर कतारां विचों खड़े जो के फिर उठ खड़ना। जानी बहुत ही मशक्कतां दे नाल, बड़ी घरना दे नाल कमाई की, कमाई करनी पैंदी, वो पता लगता कमाई हथी करता बंदा। मैं 6 कुंडी जाके उत्थे बाबा जी नूं नमस्कारी करनी, उन्होंने हाल चाल पुछना। मैं क्या महाराज ठीक है, अच्छा चलो फिर आसा की बात सुन लो। आसा की बात चलती होंगी सी गुरुद्वारे च। कदे संत महाराज जी आप भी करते थे आसा की बार, क्योंकि दौरान साहब तो आए थे, उत्थे रतन सिंह की ड्यूटी होंदी सी। दौरान साहब आसा की बार के कीर्तन की
बीच में कदे अपने महाराज जी भी कीर्तन कर लेते सी संभराण। मैं इस तरीके नाल चला। मैनू कहते एक दिन मौज दे विच आवे, मैं नहीं पूछा कुछ भी, नेत्र बिच के रखते ही संत हर भगती लाहौर वाले नेत्र बिच मैं कोले खड़ गया जाके नमस्कारी करके। मैनू ऐ हत्थ दा इशारा मार दिंदा भी बह जा। मैं आख्या धन भाग, मैनू कोले सेवादार सी, वो कहता भाजो 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 भाजो। मैं बैठ गया। सख्त बागी जो सख्त गई सेवादार नूं कहते भाई ऐ कर बाहरों कुंडी ला दे। उन्हें जाके कुंडी लाती। मैनू कहते दस्या, मैं कहा हाँ महाराज। कहते एक तो इन्ना सवा नाम जपना, इस तरह करके 20 राती नाम जपना, ये तू गुरमंत्र वाहिगुरू जाप करना, वाहिगुरू 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 वाहिगुरू। ਉਹਦੇ ਨਾਲ ਹੀ ਮੂਲ ਮੰਤਰ ਦੱਸਤਾ 6 ਵਾਲਾ ਮੂਲ ਮੰਤਰ ਦੀਆਂ, 40 ਵਾਲਾ ਗੁਰਮੰਤਰ ਦੀਆਂ, ਵਾਹਿਗੁਰੂ ਜਾਪ ਦੀਆਂ। ਲੈ ਭਾਈ ਤੂੰ ਇਹ ਕਰਨੀਆਂ ਨੇ। ਮੈਂ ਕਿਹਾ ਸਤਿਵਾਚ ਇਹ ਰੋਜ਼ ਗੁਰਦੁਆਰੇ ਜਾਣਾ, ਰੋਜ਼ ਗੁਰਦੁਆਰੇ ਜਾ ਕੇ ਤੇ ਕੀ ਕਰਨਾ, ਇੱਕ ਚਮਚਾ ਛੋਟਾ ਜੇ ਘਰ ਦੇ ਵਿੱਚ ਘਿਓ ਹੋਵੇ, ਇੱਕ ਚਮਚਾ ਘਿਓ ਦਾ ਪਾਣੀ ਕੌਡੀ 'ਚ। ਮੈਂ ਕਿਹਾ ਸਤਿਵਾਚਨ। ਕਹਿੰਦੇ ਇੱਕ ਚਮਚਾ ਜੇ ਘਰ ਦੇ ਵਿੱਚ ਚੀਨੀ ਦਾ ਹੋਵੇ, ਦੂਜੀ ਕਿੱਲੀ ਵਿੱਚ ਕੌਡੀ ਚੀਨੀ ਦਾ ਚਮਚਾ ਪਰ ਇੱਕ ਚਮਚਾ, ਪਤਾ ਨਹੀਂ ਦੱਸਿਆ ਬਾਬਾ ਜੀ ਨੇ ਮੈਨੂੰ, ਇੱਕ ਚਮਚਾ। ਕਹਿੰਦੇ 2 ਚਮਚੇ ਆਟੇ ਦੇ ਪਾ ਨੇ, ਬਸ ਇਹ ਜਾ ਕੇ ਲੰਗਰ ਦੇ ਦੇਣਾ ਗੁਰਦੁਆਰਾ ਸਾਹਿਬ। ਆਪ ਲੰਗਰ ਵਿੱਚ ਪਾ ਕੇ ਬਰਤਨ ਨਾਲ ਲਿਆਉਣੇ ਨੇ, ਉਹ ਲੰਗਰ 'ਚ ਪਾਏ। ਇਹ ਕੰਮ ਕਰਨਾ ਤਾ। ਮੇਰੀ ਮੈਕੀ ਹਾਲਤ ਦੇਖੋ ਇੰਨੀ ਖਰਾਬ ਹੋ ਗਈ, ਚਾਹੇ ਮੈਂ 12-13 ਲੱਖ ਰੁਪਈਆ ਤਨਖਾਹ ਲੈਂਦਾ ਸੀ, ਪਰ ਉਹ ਤਨਖਾਹ ਵੀ ਕੀ ਕਰੂ ਜਦੋਂ ਕੰਮ ਹੀ ਨਹੀਂ ਕਰਨਾ। ਜਦੋਂ ਬੰਦੇ ਕਰਤਾ, ਕੰਮ ਬੰਦ ਕਰਾਤਾ ਬਾਬਾ ਜੀ ਨੇ। ਕਹਿੰਦੇ ਵੀ ਤੂੰ ਹੁਣ ਇੱਧਰ ਡਿਊਟੀ ਕਰ। ਉਹ ਕੰਮ ਬੰਦ ਕਰਾਤਾ, ਕਮਾਈ ਹਟ ਗਈ। ਘਰ ਦੇ ਵਿੱਚ ਮੈਂ ਕੀ ਹਾਲਤ ਖਰਾਬ ਹੋ ਗਈ, ਹੋਣੀ ਉਹ ਆ। ਪਰ ਉਹ 40 ਦਿਨ ਮੈਨੂੰ ਸੰਤਾਂ ਨੇ ਆਹ ਸੇਵਾ ਜਿਹੜੀ ਮੈਂ ਦੱਸੀ ਹੈ ਇਹ ਲਾਤੀ। ਮੈਂ ਇਹ ਸੇਵਾ ਕਰਦਾ ਰਿਹਾ। ਮੈਂ ਕਦੇ ਨਾਗਾ ਨਹੀਂ ਪਾਇਆ। ਸ਼ਬਦ ਵਧਾਈ ਗਿਆ, ਭਜਨ ਵਧਾਈ ਗਿਆ। ਕਈ ਵਾਰੀ ਮੈਂ ਬਾਬਾ ਜੀ ਨੂੰ ਆਪ ਹੀ ਕਹਿ ਕੇ ਵਧਾ ਲਾ, ਬਾਬਾ ਜੀ ਮੈਂ ਇੰਨਾ ਕਰਨਾ ਚਾਹੁੰਦਾ, ਕਰ ਲਾ। ਕਈ ਵਾਰੀ ਮੈਂ ਕਹਿੰਦਾ ਬਾਬਾ ਜੀ ਮੈਂ ਇੰਨਾ ਕਰਨਾ ਚਾਹੁੰਦਾ, ਕਰ ਲਾ, ਸ਼ਾਬਾਸ਼। ਮੈਂ ਭਜਨ ਵਧਾਈ ਗਿਆ। ਉੱਧਰ ਮੇਰਾ ਕਾਰੋਬਾਰ ਵਧੀ ਗਿਆ। ਮੈਂ ਚਮਚਾ ਪਾਈ ਗਿਆ, ਮੇਰੇ 2 ਚਮਚੇ ਬਣਨ ਲੱਗ ਗਏ। 2 ਚਮਚੇ ਪਾਈ ਗਿਆ, ਮੇਰੇ 4 ਚਮਚੇ ਘਰ 'ਚ ਬਣਨ ਲੱਗ ਗਏ। ਕਹਿਣ ਦਾ ਭਾਵ ਕਿ ਜਿਹੜੇ ਘਰ ਦੇ ਵਿੱਚ ਕਦੇ ਰੋਟੀ ਪੱਕਦੀ ਸੀ, ਕਦੇ ਨਹੀਂ ਪੱਕਦੀ ਸੀ, ਬਾਬਾ ਜੀ ਨੇ ਉਸ ਘਰ ਦੇ ਵਿੱਚ ਲੰਗਰ ਚੱਲਣ ਲਾਤੇ। ਲੰਗਰ ਪਤਾ ਨਹੀਂ ਕਿੰਨੇ ਗਾ ਕੇ ਛਕ ਗਏ ਉੱਤੋਂ। ਉਹ ਇੱਕ ਚਮਚੇ ਤੋਂ ਇੰਨੀ ਕਿਰਪਾ ਕਰੀ।
फिर आ गए दूए पासे नाम मेरा बताता। जो नाम बदल लग्या फिर मैनू कदे ਸਰੋਪੇ की सेवा ला देनी। इन्ने ਸਰੋਪੇ उत्ते चढ़े जाके गुरुद्वारा साहब च। कदे महाराज के रमाले की सेवा ला देनी। 5 रमाले वधिया लैके शरीर दे उत्थे गुरुद्वारे चढ़िया, चाहे जो मर्जी करी। मैं कपड़े कड़ी लाता, कपड़े के लाते लाते मेरी ऐसा आप ही कृपा हुई मेरी, मैं जोड़िया पर ला गया। बाबे ने बड़े जोड़े देन लग गया। जोड़े मैं नंगा देखना मैं वो जोड़े पा देने। मैं बीही मैं बाजार च बलो गई, बलो आ जिसे साढ़े नाभा हेठ कहते हैं उत्थे हुण बनया वो पिंड जैसा हुण बनया। उत्थे कुछ नहीं होंदा सी। असीं ढोल रखे सी मुंडिया ने इकट्ठे होके। असीं एक गुरु नानक क्लब बनाया सी अन्निया रोड ते। वो इकट्ठे होके असीं सारे मुंडिया ने उत्थे फिर एक ढोल रखता जी काला। वो ढोल रखने वास्ते बंदे इधर ही जान लग गए, इधर ही जान लग गए। ऐ उत्थे जाके मैं फिर चौक च खड़ जाना। चौक च खड़ के देखना वो वगदा महीना भी किसे वस्त्र किसे जोड़े हैगे ने या नहीं है। जिहदे होने ने मैं पुछदा रही सी, जिहदे नहीं होने मैं मालिक जी कहना भरावा मेरे एक वचन सुन लेगा। हाँ बाबा जी सुन लूँगा। उत्थे एक भट्ठों का सीगा चाय दुकान से बड़ा मशहूर थी जिसे बस खड़ी थी आके पटवा थी वो। मैं 9 बजे पिछड़ गया। मैं वो दुकान तो चाह बनानी, चाह बना के इन्हें जिंदा ठीक हो जाना। टाइम दुकाना खुल जानिया, मैं उन्हें जाके दुकान से बिठा देना। दुकान पर जाके कहना ले भी ये जिन्हें बेच आउँदा इन्ने बेच दे, ये जोड़े पा दे हुणे। मैं वो जोड़े पा देने। जोड़े पा के दरवाजे के अंदरले पासे ही एक दुकान सी, मैं ना उहदा ही भुल गया। उन्होंने जराबा जरूबा रखे थे। मैं क्या भी बैठो रहे तेरे जराबा पावा, जराबा जोड़ा पाउणा मैं उन्होंने घर छड्ड देना। मैं फिर ये की किते आ गया जड़ी ये लग गया करना। नाम जपन लग गया, भजन लग गया, बंदगी लग गया। महाराज ने सिरे गुड्डी चाड़ती, कोई कष्ट नहीं रहने दित्ती किसी की चीज़ की भी। सिमर ना सिमर, भजन ना भजन, पुन्न ना पुन्न, दान ना दान। तो गुरु के लंगर चलन लग गए। फिर मैं आप भी कराउण लग गया। फिर ਜਿਹੜੇ ਘਰਾਂ ਵਿੱਚ ਰੋਟੀ ਜੁੜਦੀ ਸੀ ਬਣਾਓ, ਉਹ ਘਰ ਮੈਂ ਸਿਖਾ ਦਿੰਦਾ ਤੁਹਾਨੂੰ। ਅੱਜ ਕੋਠੀਆਂ ਪਈਆਂ ਨੇ ਉਹਨਾਂ ਦੇ, ਕੋਠੀਆਂ ਬਣਾਓ ਅੱਡੇ 'ਚ। ਉਹਨਾਂ ਦੇ ਅੱਜ ਮੈਂ ਸਿਖਾ ਦਿੰਦਾ ਟਰੱਕ ਚੱਲਦੇ ਨੇ, ਆਪ ਟਰੱਕ ਚੱਲਦੇ ਨੇ। ਉਹਨਾਂ ਦੇ ਮੈਂ ਸਿਖਾ ਦਿੰਦਾ ਗੁਰੂ ਦੇ ਲੰਗਰ ਚੱਲਦੇ ਨੇ ਜਿਹੜੇ ਭੁੱਖੇ ਮਰਦੇ ਸੀ। ਜਾਣੀ मेरा कहने का भाव की है भी नाम के बहुत बड़िया शक्तियाँ ने। जोड़ा भी कोई सिमरन करता, कोई भजन करता, नाम जपदा सच्चे हिरदे नाल, होर सारे ही साफ करके मन नूं कोई कुछ करे कुछ ना करे, आप अपनी बिरती बनाओ तो आ नाम जपो। ऐसा जपो जो गुरु नानक देव जी महाराज ने जपाया। जपो सतनाम 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 जी,
ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਹੁਣ ਗੁਰਮੁਖੋ ਮੇਰੇ ਵਾਸਤੇ ਸੰਤ ਸੁਖਦੇਵ ਸਿੰਘ ਜੀ ਮਹਾਰਾਜ ਸਿਰਸਾ ਲਾਹੌਰਾ ਸਾਹਿਬ ਬੜੇ ਇੱਕ ਰੱਬੇ ਸੀ। ਕਿਸੇ ਬਾਤ 'ਤੇ ਹੋਣ ਨਾ ਹੋਣ ਮੈਂ ਨਹੀਂ ਕਹਿ ਸਕਦਾ, ਪਰ ਮੈਂ ਜਿੰਨਾ ਚਿਰ ਉਹਨਾਂ ਦੀ ਸੇਵਾ ਕੀਤੀ, ਉਹਨਾਂ ਦੇ ਹੁਕਮ ਨੂੰ ਮੰਨਿਆ, ਉਹਨਾਂ ਚਿਰ ਮੈਂ ਇਹ ਸ਼ਰਧਾ ਰੱਖ ਕੇ ਮੰਨਿਆ, ਇਹ ਵਿਸ਼ਵਾਸ ਰੱਖ ਕੇ ਮੰਨਣ ਕੀਤਾ ਕਿ ਮੇਰੇ ਰੱਬ ਨੇ। ਬਲਕਿ ਮੈਂ ਕਈ ਵਾਰੀ ਇਸ ਤੱਕ ਵੀ ਕਹਿ ਦਿੰਦਾ ਸੀ ਰੱਬ ਵੀ ਕੁਛ ਨਹੀਂ ਹੈ। ਮੈਂ ਗਰੰਟੀ ਨਾਲ ਕਹਿ ਕੁਛ ਨਹੀਂ ਰੱਬ। ਜਦ ਯਾਰ ਭੁੱਖੇ ਮਰਦੇ ਜਦ ਰੱਬ ਕਿੱਥੇ ਗਿਆ ਸੀ? ਜਦ ਘਰ ਵਿੱਚ ਰੋਟੀ ਨਹੀਂ ਪੱਕਦੀ ਜਦ ਰੱਬ ਕਿੱਥੇ ਗਿਆ ਸੀ? ਜਾਂ ਘਰ ਦੇ ਵਿੱਚ ਚਾਹ ਨਹੀਂ ਪੀਣ ਨੂੰ ਮਿਲਦੀ ਸੀ ਜਦ ਰੱਬ ਕਿੱਥੇ ਗਿਆ ਸੀ? ਜਾਂ ਘਰ ਦੇ ਵਿੱਚ ਪਹਿਨਣ ਨੂੰ ਕੱਪੜਾ ਨਹੀਂ ਮਿਲਦਾ ਸੀ ਜਾਂ ਰੱਬ ਕਿੱਥੇ ਗਿਆ ਸੀ? ਬਈ ਉਹ ਜੇ ਸਾਰੀਆਂ ਕਿਰਪਾ ਹੋਈਆਂ
ਸੰਤਾਂ ਦੇ ਮਿਲਾਪ ਨਾਲ ਹੋਈਆਂ, ਸੰਤਾਂ ਦੇ ਬਚਨਾਂ ਨਾਲ ਹੋਈਆਂ, ਸੰਤਾਂ ਦੀ ਸੇਵਾ ਨਾਲ ਹੋਈਆਂ। ਫਿਰ ਵੱਡਾ ਕੌਣ ਹੋਇਆ? ਇਹ ਵੀ ਆਪਾਂ ਕੀ ਕਰਦੇ ਹਾਂ, ਖਾਂਦੇ ਕਿੱਥੋਂ ਆ, ਪਹਿਨਦੇ ਕਿੱਥੋਂ ਆ, ਭੁੱਖੇ ਕਿੱਥੋਂ ਹੁੰਦੇ ਆ, ਰਾਜੀ ਕਿੱਥੋਂ ਹੁੰਦੇ ਆ, ਉਹ ਬਹਿਬਾ ਉਹ ਦੇ ਜਿਹੜੇ ਜੁੱਤੀਆਂ ਕੱਟਣ ਵਾਲੇ ਨੂੰ ਨਹੀਂ। ਜਿੱਥੋਂ ਖੇਡ ਬਣਦੀ ਹੈ ਇਹ, ਉੱਥੋਂ ਕਦੇ ਵੀ ਨਾ ਭੁੱਲੋ। ਮੈਂ ਬੇਸ਼ੱਕ ਅੱਜ ਬ੍ਰਹਮ ਗਿਆਨੀ ਬਣ ਗਿਆ, ਮੈਂ ਦਾਅਵੇ ਨਾਲ ਕਹਿਣਾ ਬ੍ਰਹਮ ਗਿਆਨੀ। ਬੇਸ਼ੱਕ ਅੱਜ ਮੈਨੂੰ ਦੁਨੀਆ ਪੂਜਦੀ ਆ, ਦੁਨੀਆ ਇੱਕ ਵੀ ਅੱਜ ਹਿੰਦੁਸਤਾਨ ਨਹੀਂ, ਬਾਹਰਲੇ ਮੁਲਕਾਂ ਤੱਕ ਪੂਜਦੇ ਨੇ। ਪਰ ਮੇਰੇ ਵਾਸਤੇ ਸੰਤ ਸੁਖਦੇਵ ਸਿੰਘ ਜੀ ਮਹਾਰਾਜ ਸਿਰਸਾ ਲੌਰਾ ਸਾਹਿਬ ਵਾਲੇ ਰੱਬੇ ਰਹਿਣਗੇ, ਰੱਬੇ ਹੈਗੇ ਨੇ। ਮੇਰੇ ਵਾਸਤੇ ਅੱਜ ਵੀ ਉਹ ਰੱਬ ਨੇ। ਮੈਂ ਅੱਜ ਵੀ ਜਦੋਂ ਜਾਂਦਾ ਲੌਰਾ, ਮੈਂ ਰੱਬ ਦੇ ਦਰਸ਼ਨ ਕਰਕੇ ਜਾਂਦਾ ਵੀ ਮੇਰੇ ਰੱਬ ਦੇ ਉੱਥੇ ਰੱਬ ਦੇ ਦਰਸ਼ਨ ਕਰਕੇ ਆਉਣੇ ਨੇ। ਮੈਂ ਉਹਨਾਂ ਦੇ ਗੁਜ਼ਾਰਿਆਂ ਵਾਸਤੇ ਜਾਂਦਾ, ਮੈਂ ਰੱਬ ਦੇ ਗੁਜ਼ਾਰਿਆਂ ਵਾਸਤੇ ਜਾਂਦਾ। ਮੈਂ ਹੈਰਾਨ ਹਾਂ, ਦੇਖੋ ਵਕਤ ਬੰਦੇ ਨੂੰ ਬੰਦਾ ਚਾਹੇ ਜਿੰਨੇ ਮਰਜ਼ੀ ਪਿਛਲੇ ਜੋ ਕਿਤੇ ਨੂੰ ਕਿਤੇ ਮਿਲਦਾ ਹੀ ਆ, ਚਾਹੇ ਆਪ ਭੁੱਲ ਜਾਓ ਉਹ ਯਾਦ ਕਰ ਲੈਂਦਾ, ਚਾਹੇ ਉਹ ਭੁੱਲ ਜਾਵੇ ਦੂਆ ਯਾਦ ਕਰ ਲੈਂਦਾ। ਅੱਜ ਕੁਛ ਬੱਚੇ ਮੇਰੇ ਹੋਏ ਜੀ, ਨਵੇਂ ਸਬਰ ਕਰਕੇ ਕੁਛ ਥੋੜ੍ਹਾ ਜਿਹਾ ਮੇਰੇ 'ਤੇ ਦਬਾਅ ਜਿਹਾ ਵੀ ਸੀਗਾ, ਸਰੀਰ ਠੀਕ ਨਹੀਂ ਸੀ ਮੇਰਾ। ਪਰ ਇੱਕ ਚਾਹੇ ਉਹ ਕਿਸੇ ਦੇ ਰੂਪ ਦੇ ਰਾਹੀਂ ਉਹ ਮਿਲੀ, ਸੰਗਤ ਰਾਹੀਂ ਉਹ ਮਿਲੀ। ਬੜਾ ਪੁਰਾਣਾ ਆਤਮਾ ਵਿਚਲੀ ਹੋਈ ਰਾੜਾ ਸਾਹਿਬ ਦੀ, ਜਿਹੜਾ ਕਿ ਰਾੜਾ ਸਾਹਿਬ ਦਾ ਮੁੱਖ ਪੱਤਰਕਾਰ ਪਾਲ ਰਾਜੇਵਾਲੀ ਆ। ਮੇਰੇ ਜ਼ਬਾਨ ਬਹੁਤ ਕੀਤੇ ਨੇ ਪੁਰਾਣੇ, ਪਰ ਅੱਜ ਆ ਕੇ ਵਿਸਰ ਗਏ ਤੇ ਅਸੀਂ, ਅੱਜ ਫਿਰ ਮਿਲਾਪ ਹੋ ਗਿਆ। ਪਿਛਲੇ ਜ਼ਬਾਨ ਮੇਰੇ ਬਹੁਤ ਕੀਤੇ ਉਹਨੇ ਪੁਰਾਣੇ, ਪੁਰਾਣੇ ਜ਼ਬਾਨ ਅਸੀਂ ਜਦੋਂ ਦਮਰਾਨ ਸਾਹਿਬ ਦੇ ਵਿੱਚ ਮੈਂ ਨਾ ਭੁੱਲ ਗਿਆ ਸਕਦਾ, ਇੱਕ ਉਹਦਾ ਸੀ ਮੁੱਖ ਸੇਵਾਦਾਰ, ਉਹਦੇ ਨਾਲ ਮੇਰਾ ਬਹੁਤ ਪਿਆਰ ਸੀ, ਬਹੁਤ ਪਿਆਰ ਸੀ। ਉਸ ਸਮੇਂ ਦੇ ਵਿੱਚ ਅਸੀਂ ਮੈਨੂੰ ਉਹ ਸਮਾਂ ਯਾਦ ਆ, ਸੀਨਰੀ ਯਾਦ ਆ, ਜਦੋਂ ਅਸੀਂ ਉੱਥੋਂ ਦਮਰਾਨ ਸਾਹਿਬ ਤੋਂ ਨਗਰ ਕੀਰਤਨ ਭੇਜਦੇ ਹੁੰਦੇ ਸੀ ਆਲੋਵਾਲ ਨੂੰ। ਅਸੀਂ ਪਹਿਲਾਂ
ਨਗਰ ਕੀਰਤਨ ਜਦੋਂ ਆਲੌਰ ਨੂੰ ਭੇਜਿਆ ਧਮਰਾੜ ਸਾਹਿਬ ਤੋਂ, ਉਹਦੇ ਵਿੱਚ ਅਸੀਂ ਐ ਖੜ ਕੇ ਗੋਲ ਘੇਰੇ ਦੇ ਵਿੱਚ ਦਾਸ ਸੀਗਾ, ਸੰਤ ਬਾਬਾ ਬਚਨ ਸਿੰਘ ਰਾਗੀ, ਸੰਤ ਮਹਿੰਦਰ ਸਿੰਘ ਜਰਗ ਵਾਲੇ, ਸੰਤ ਵਲਕੀਰ ਸਿੰਘ, ਦੋ ਤਿੰਨ ਸੰਤ ਹੋਰ ਸੀ। ਕਹਿੰਦੇ ਵੀ ਆਪਾਂ ਖੁਸ਼ੀ ਦੇ ਵਿੱਚ ਇੱਕ ਇੱਕ ਫੈਰ ਸਾਂਝਾ ਕਰਨਾ, ਇਕੱਠੇ ਕਰਨਾ। ਅਸੀਂ ਇਕੱਠਿਆਂ ਨੇ ਰਫੜਾ ਫੜ ਲਿਆ, ਇੱਦਾਂ ਗੋਲ ਘਰ ਬਣਾ ਕੇ ਐ ਉੱਪਰ ਦੇਖੇ ਵੀ ਆਲੇ ਲੋਕ ਬੈਠਾ ਸੀ ਬਰੇਰ ਬਰੇਰ 'ਤੇ, ਉਹ ਅਸੀਂ ਸਾਂਝੀ ਫਾਇਰਿੰਗ ਕਰੀ ਸੀ ਧਮਰਾਣ ਤੋਂ 12 ਬੋਰ ਦੀ ਫਾਇਰਿੰਗ ਕੀਤੀ ਸੀ। ਸ਼ਾਇਦ ਬਿੱਟੂ 'ਚ ਕੀ ਸੀ ਉਹਦੇ ਨਾਲ ਧਮਰਾਣ ਜਿਹੜਾ ਐਕਸੀਡੈਂਟ ਹੋ ਗਿਆ ਸੀ, ਪੱਪੀ ਸੀ, ਮੈਂ ਵਿਸਰ ਗਿਆ ਪੱਪੀ। ਅੱਜ ਉਹ ਜਿਹੜਾ ਪੱਤਰਕਾਰ ਆਇਆ ਮੇਰੇ ਕੋਲ, ਉਹ ਵੀ ਉਹਦੇ ਪੱਤਰਕਾਰ ਕੇ ਅੱਖਾਂ ਪਰ ਆਇਆ ਪੱਪੀ ਦੇ। ਕਿਉਂਕਿ ਸਮੇਂ ਸਮੇਂ ਦੀਆਂ ਗੱਲਾਂ ਹੁੰਦੇ ਨੇ, ਵਕਤ ਹੁੰਦੇ ਨੇ, ਸਮੇਂ ਹੁੰਦੇ ਨੇ, ਅਤੇ ਬੜੀ ਮਹਾਰਾਜ ਦੀ ਕਿਰਪਾ ਹੋਈ ਹੈ, ਸਾਰੀ ਹੋਈ ਹੈ, ਹੁੰਦੀ ਹੈ। ਜਿੱਥੋਂ ਵੀ ਕੁਝ ਮਿਲਿਆ ਹੋਵੇ ਕਦੇ ਨਾ ਪੜ੍ਹ ਲਓ। ਮੇਰਾ ਤਾਂ ਤਨ ਮਨ ਧਨ ਹਰ ਵਕਤ ਹਾਜ਼ਰ। ਜੇ ਮੈਨੂੰ ਕਹੇ ਸੰਤ ਮਹਿੰਦਰ ਸਿੰਘ ਅਸੀਂ ਤੇਰਾ ਸੀਸ ਵੱਢਣਾ ਰਾੜੇ ਸਾਹਿਬ ਦੀ ਖੁਸ਼ੀ ਦੇ ਵਾਸਤੇ, ਪਹਿਲਾ ਸੀਸ ਮੈਂ ਦਊਗਾ, ਮੈਂ ਗਰੰਟੀ ਨਾਲ ਕਹਿਣਾ। ਰਾੜਾ ਸਾਹਿਬ ਦੀ ਖੁਸ਼ੀ ਦੇ ਵਾਸਤੇ ਕੋਈ ਸੀਸ ਦੀ ਲੋੜ ਹੋਵੇ, ਪਹਿਲਾ ਸੀਸ ਸੰਤ ਮਹਿੰਦਰ ਸਿੰਘ ਜੀ ਬਰੋ ਵਾਲਾ ਦਾ ਹੋਊਗਾ। ਕਿਸੇ ਸਮੇਂ ਦੇ ਵਿੱਚ ਲੌਰਾ ਸਾਹਿਬ ਦੇ ਸਥਾਨ ਨੂੰ ਖੁਸ਼ੀ ਦੇ ਵਿੱਚ ਸ਼ੀਸ਼ ਦੀ ਲੋੜ ਹੋਵੇ, ਪਹਿਲਾ ਸ਼ੀਸ਼ ਲੌਰਾ ਸਾਹਿਬ ਵਾਸਤੇ ਸੰਤ ਮਹਿੰਦਰ ਸਿੰਘ ਦਾ ਹੋਊਗਾ। ਹੋਰ ਤਾਂ ਬਾਕੀ ਗੱਲਾਂ ਹੀ ਵਿਖਾਣੀ ਰਹੀਆਂ। ਮੇਰਾ ਸ਼ੀਸ਼ ਵੀ ਹਾਜ਼ਰ ਹਫ਼ਤੇ ਵਾਸਤੇ, ਧੰਨਵਾਦ ਤਾਂ ਗੱਲਾਂ ਹੀ ਕੁਝ ਨਹੀਂ ਹੈਗੀਆਂ। ਕਿਉਂ ਕਿ ਮੈਨੂੰ ਤੋਂ ਸਭ ਕੁਝ ਮਿਲਿਆ, ਮੈਨੂੰ ਉੱਥੋਂ ਦੁਨੀਆ ਭਰ ਦੀ ਸ਼ੋਹਰਤ ਮਿਲੀ, ਮੈਨੂੰ ਉੱਥੋਂ ਤਿੰਨਾਂ ਲੋਕਾਂ ਦਾ ਖਜ਼ਾਨਾ ਮਿਲਿਆ, ਨਾਮ ਦਾ, ਬਾਣੀ ਦਾ, ਸਿਮਰਨ ਦਾ, ਭਜਨ ਦਾ, ਬੰਦਗੀ ਦਾ। ਹੋਰ ਮੈਨੂੰ ਕੀ ਚਾਹੀਦਾ? ਪਰ ਹੁਣ ਮੈਨੂੰ ਲੋੜ ਕਿਹੜੀ ਚੀਜ਼ ਦੀ ਲੋੜ ਆ? ਮੈਨੂੰ ਜਿਹੜੀ ਚੀਜ਼ ਦੀ ਲੋੜ ਨਹੀਂ ਉਹ ਲੋੜਾਂ ਪੂਰੀਆਂ ਹੋ ਗਈਆਂ, ਜਿਹੜੀਆਂ ਪੂਰੀ ਸੋ ਪੂਰੀਆਂ ਕਰਤੀਆਂ। ਤੋ ਇਸ ਤਰ੍ਹਾਂ ਵੀ ਇਹ ਜਿਹੜਾ ਵਾਹਿਗੁਰੂ ਨਾਮ ਆ ਨਾ, ਇਹ ਮੈਨੂੰ ਸੰਤਾਂ ਨੇ ਇਹ ਵਾਹਿਗੁਰੂ ਜਾਪ, ਇੱਕ ਚਮਚਾ ਆਟੇ ਦਾ, ਇੱਕ ਚਮਚਾ ਚੀਨੀ ਦਾ, ਇੱਕ ਚਮਚਾ ਘਿਓ ਦਾ, ਇੱਥੋਂ ਸੇਵਾ ਸ਼ੁਰੂ ਕਰੀ ਸੀ। ਇੱਥੋਂ ਸੇਵਾ ਸ਼ੁਰੂ ਕਰਕੇ ਮੇਰੇ ਖਜ਼ਾਨੇ ਭਰਦੇ ਲੰਗਰ ਚੱਲਣ ਲਾਤੇ। ਅੱਜ ਚੱਲਦੇ ਥੋੜ੍ਹੇ ਸਾਹਮਣੇ ਚੱਲ ਰਹੇ ਨੇ, ਮਰੋ ਚੱਲ ਰਿਹਾ, ਚਿਹਰਾ ਚੱਲਦਾ, ਹੋਰ ਵੀ ਪਤਾ ਨਹੀਂ ਕਿੱਥੇ ਕਿੱਥੇ ਸਥਾਨ ਨੇ ਚੱਲਦੇ ਨੇ, ਯੂਪੀ ਚੱਲਦੇ ਨੇ। ਉਦੋਂ ਦਾ ਅਸੀਂ ਕੀਤਾ, ਚਾਹੇ ਥੋੜ੍ਹਾ ਚੱਲਦਾ ਚਾਹੇ ਬਹੁਤਾ ਚੱਲਦਾ, ਚੱਲਦੇ ਨੇ। ਸੰਗਤ ਉਹਦੇ 'ਚ ਦੋ ਚਾਹ ਵੀ ਕਹੀ ਜਾਂਦੇ, ਇੱਕ ਪ੍ਰਸ਼ਾਦਾ ਚੱਕ ਕੇ ਜਾਂਦਾ, ਲੰਗਰ ਤਾਂ ਚੱਲ ਰਹੇ ਨੇ, ਚੱਲ ਰਹੇ ਨੇ।
ਇਸ ਤਰ੍ਹਾਂ ਭਾਈ ਸਿਮਰਨ ਭਜਨ ਬੰਦਗੀ ਇਹਨੇ ਵੇਲੇ ਪਾਰ ਕਰਨੇ ਨੇ। ਬਾਕੀ ਆ ਬੈਰ ਵਿਰੋਧ ਨਿੰਦਿਆ ਚੁਗਲੀ ਕਿਸੇ ਦਾ ਈਰਖਾ ਨਾ ਇਹ ਨਾ ਕਰੋ। ਇਹ ਕੁਛ ਨਹੀਂ ਨਾਲ ਜੜਿਆ ਨੇ, ਬਲਕਿ ਇਹ ਦੁੱਖ ਦਾ ਕਾਰਨ ਬਣਦੇ ਹੁੰਦੇ ਨੇ, ਸੁੱਖ ਨਹੀਂ ਬਣਦੇ ਹੁੰਦੇ। ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਆਪਣਾ ਯਥਾ ਸ਼ਕਤੀ ਜਿੰਨੀ ਵੀ ਹੈ ਉਹਦੀ ਵੱਧ ਤੋਂ ਵੱਧ ਗੁਰੂ ਘਰ ਦੇ ਪਿੱਛੇ ਆਪਣੇ ਜਾਨ ਦੀ ਬਾਜੀ ਲਾ ਦਿਓ। ਅਤੇ ਜਾਨ ਦੀ ਬਾਜੀ ਲਾ ਕੇ ਤਨ ਮਨ ਧਨ ਇੱਦਾਂ ਹੀ ਦੇਣਾ ਕਰਨਾ ਆਪਾਂ ਨੇ। ਜਦੋਂ ਹੁਣ ਲੋੜ ਬਚਨ ਬਣਨ ਦੀ ਹੈ, ਹੁਕਮ ਬਣਨ ਦੀ ਹੈ। ਮੇਰਾ ਜਿਹੜਾ ਵੀ ਦਰਬਾਰ ਹੋਊਗਾ ਨਾ, ਮੇਰਾ ਦਰਬਾਰ ਹਕੀਕਤ ਹੋਊਗਾ। ਮੇਰੇ ਦਰਬਾਰ ਦੇ ਵਿੱਚ ਜਿਹੜੇ ਝਲਕਾਂ ਮਾਰਨਗੀਆਂ ਮੇਰੀ ਹਕੀਕਤ ਜ਼ਿੰਦਗੀ ਦੇ ਝਲਕਾਂ ਮਾਰਨਗੀਆਂ। ਮੈਂ ਕਦੇ ਲੁਕੋ ਨਹੀਂ ਰੱਖਦਾ। ਜਿਹੜਾ ਕੋਈ ਕਿਸੇ ਤੋਂ ਲੈ ਕੇ ਲੁਕੋ ਰੱਖਦਾ ਨਹੀਂ, ਉਹ ਬੰਦੇ ਹੀ ਲਿਆਏ ਉੱਦਾਂ ਕਿ ਜਾਨਵਰ ਵੀ ਆਏ, ਜਾਨਵਰ ਵੀ ਚੰਗੇ ਲੱਗਦੇ ਲੋਕ। ਤਾਂ ਇਸ ਕਰਕੇ ਰੋਜ਼ ਹੀ ਰੋਜ਼ਾਨਾ ਹੀ ਇਹ ਧਾਰਨਾ ਮਹਾਂਪੁਰਸ਼ਾਂ ਦੇ ਬਚਨ ਦੇ ਹਿਰਦੇ ਸ਼ਬਦਾਂ ਪੜ੍ਹਿਆ ਕਰੋ। ਇੱਦਾਂ ਪੜ੍ਹੋ ਸਾਰੇ ਭਾਈ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ। ਕੋਈ ਸੇਵਾ ਕਰਕੇ सेवा करके जी मान पाएगा, सेवा करके जी मान पाएगा।
सेवा करके जी मान पाएगा, सेवा करके जी मान पाएगा। नाम जपिए ता दूर होंदे दुखड़े, सेवा करके मान पाईंदा। ओ जपिए ता दूर होंदे दुखड़े, सेवा करके मान पाईंदा। सेवा करके जपिए ता दूर होंदे दुख, सेवा सिमरन दोने बराबर चलने चाहिए ने। जितना तक सेवा भी रात दिन उन्नी करी जाओ, दान भी उन्ने कढ़ी जाओ, बंद ना करो। जो दोनों शक्तियाँ थोड़े विच आ गई, थोड़े जो दोने फर ने उड़न वाले वो कह बोल जाएंगे। मैं थोड़ा की तरह कहना, मैं कोई कला नहीं कहना संग दे विच, मैं नैट ते कह रहा करना। तुसी वाहिगुरू शब्द का अभ्यास करो जोती दे नाल, जिवें कोई महापुरुष कहदा। थोड़ा शरीर सने चौकड़ा ऐ उड़न लग जूगा जिवें दरख्त उड़दे ने, एक गारंटी ना करना। मैं तुसी चाहुंदे हो चौकड़ा मारिया मराया आओ घर जाके विहड़े च बह जाइए, उत्थे बैठे होवोगे, गारंटी है मेरी। तुसी कहते हो गवांढी के कोठे के उपर जी टप के जाके उहदे कोठे ते बह जाइए, सड़े चौकड़ा उत्थे बैठोगे, सड़े चौकड़ा उड़ोगे। उड़े ने, उड़ रहे ने, मैं उड़िया। मैनू संत ने डारियां बनाइया ने, मैं गारंटी ना कहना, 100% गारंटी ना कहना। सड़े पंजा तत्ता शरीर चौकड़ा मारिया उड़दा। पर वो जिहड़ा भजन, जिहड़ा बंदगी, जिवें महापुरुष कहते हैं, महापुरुषों के कीतियां दे मुताबिक करो। जो जो विधि ना कहते वो विधि ना करो, शरीर की सीधा है ढालियाँ मारूगा थोड़ा उड़न लग जाता। हुण इस तरह श्री गुरु नानक देव जी महाराज एक शहर के कोल दी लंघे जाते हैं। जदों शहर के कोल लंघे, नेत्र दृष्टि खोली गुरु नानक पातशाह ने। जदों शब्द करियो कन्न खोले गुरु नानक महाराज ने, अखा दे नाल कसरे आप देख रहे हैं। कन्ना दे नाल
है मर गए, है मारते, है मर गए, है मारते की आवाज़ आ रही है। गुरु नानक देव जी महाराज कहते मरदानिया, कहते हाँ महाराज, कहते शहर केड़ा पुछी दा किसे तो। मरदाने ने पूछा भाई केड़ा शहर आ, केड़ा पिंड आ, केड़ा नगर आ। ये बाबा जी अहमदाबाद शहर आ, अहमदाबाद शहर। मरदाना कहता गुरु नानक पातशाह महाराज, इस शहर का नाम अहमदाबाद, अहमदाबाद शहर आ पाकिस्तान दे विच। कहते मरदाने बई फिर ऐ कर तू, इस शहर के उपर तो कल नूं इन्ना माड़ा समा आ रहा, इत्थे बंदियां दे खून डुलणगे, कतलेआम होऊगा, आपस विच ही मरनगे, किसी ने सियाणना नहीं। भी आप जो हो सके तो भला कर दिए। मरदाना कहा दसो बारा किवें होऊगा। कहता इत्थे एक अपना सेवका पराड़ा बहुत आ, उन्होंने जानते भी सारे ने। ਉਹਦਾ किते थोट गाड़ा पुछता, कहते मारा पुछा मैं नाम दसो की आ। कहते ਉਹਦਾ नाम हैगा लालो तरखान, ਉਹ भाई लालो कहते ਨੇ ਇੱਥੇ। घर ਦੇ ਵਿੱਚ ਤਰਖਾਣਾ ਕੰਮ ਕਰਦਾ। घर ਉਹਦਾ ਹੈਗਾ ਛੋਟਾ ਜਿਹਾ, एक आधे विच बोला होगा, एक तो आधे विच आरी होगी, एक आधे विच बड़ा होगी, या देख सकते हैगा। जाके पता किया, पता करके कहते भाई तू कौन आ। कहते मैं तो मेरे गुरु नानक महाराज बाबा जी पंजाब दे विचों आए हुए ने, वो संसार का भला करते पर रहे। अच्छा, उन्होंने मैनू जान चके कहा, कहते शहर दे विच बड़ी करोपी है। मैं तो इत्थे तक कहता कहते जोड़े शहर के बीहने के खून भरया होगा, खून चलूगा बीह च। कहते वो है बाबा जी का सेवका, पता होंगे अगले नूं, चाहे पिंड है चाहे शहर है, भी किहड़ा बंदा किहदे कोल जांदा, किहदा सेवका पता होंदा। वो नगर वाले कहते कह जी हैगा एक लालो तरखान आ। जो गुरु नानक देव जी उरे आउंदे ने उहदे घर ही ठहरदे ने, जो आउंदे ने किते नहीं पिछड़ा सकते, उत्थे पिछड़ा सकते ने। वो कहते हैगा, कहते सानू दिखा दे फिर, चलो ना लैके भाग गया। टुट्टी जी फाटकी, टुट्टा जिहा घर, मिट्टी तूड़ी का कंधा नूं मार्श करी हुई है, कच्चा घर आ। दूरों ही दस्या कह जी वो आ। मरदाना गया, जाके बड़ी आवाज़ दी, उठ्या तो की करदा, एक हाथ दे विच बोला, एक झारी
ਲੱਕੜੀ ਚੀਜ਼ ਦਾ ਉਹਦਾ ਕੰਮ ਕਰਦਾ। ਇੱਕ ਤਾਂ ਮੈਂ ਉੱਠਿਆ ਬਾੜਾ ਦੇਖਿਆ, ਕਿਧਰੇ ਬੋਲਾ ਕਿਧਰੇ ਯਾਰੀ ਛੱਡੀ, ਦੌਲਤ ਬੁੱਧਰ ਨਮਸਕਾਰ ਕੀਤੀ। ਦੱਸੋ ਮਹਾਰਾਜ ਕਿੱਥੋਂ ਆਏ, ਕੌਣ ਹੋ? ਅਸੀਂ ਗੁਰੂ ਨਾਨਕ ਦੇ ਸੇਵਕ ਹਾਂ। ਜਦ ਇੰਨੇ ਬਚਨ ਕਰੇ ਇੱਕਦਮ ਉੱਠੇ, ਮੇਰੇ ਗੁਰੂ ਨਾਨਕ ਦੇ ਸੇਵਕ ਹੋ? ਹਾਂ। ਮੇਰਾ ਗੁਰੂ ਨਾਨਕ ਕਿੱਥੇ ਆ? ਉਰੀ ਆ, ਲਾਡੀ ਚੜ੍ਹ ਗਈ, ਇੱਥੇ ਆ, ਮੈਨੂੰ ਮਿਲ ਜੂਗਾ। ਉਹਨਾਂ ਨੇ ਮਿਲਣ ਵਾਸਤੇ ਭੇਜਿਆ ਸਾਨੂੰ, ਤੁਹਾਨੂੰ ਮਿਲਣ ਵਾਸਤੇ ਭੇਜਿਆ ਵੀ ਅਸੀਂ ਉਹ ਫਲਾਣੀ ਜਗ੍ਹਾ ਬਰੋਟੇ ਦਰਖਤ ਦੇ ਥੱਲੇ ਬੈਠੇ ਹਾਂ, ਉੱਥੇ ਭਾਈ ਲਾਲ ਨੂੰ ਬੁਲਾ ਕੇ ਲਿਆਓ। ਸਭ ਕੁਛ ਛੱਡਤਾ, ਛੱਡ ਕੇ ਘਰ ਵਾਲੀ ਨੂੰ ਕਹਿੰਦਾ ਫਟਾਫਟ ਭਗਵਾਨ ਇੱਦਾਂ ਕਰ, ਪ੍ਰਸ਼ਾਦਾ ਬਣਾ ਤਿਆਰ ਕਰ, ਜੋ ਵੀ ਹੈ ਦਾਲ ਭਾਜੀ ਸਾਗ ਧਰ, ਜਿਹਾ ਜਿਹਾ ਘਰ ਦੇ ਵਿੱਚ ਆਏਗਾ ਉਹ ਜਿਹਾ ਭੋਜਨ ਤਿਆਰ ਕਰ। ਮੇਰੇ ਸਤਿਗੁਰੂ ਨਾਨਕ ਦੇਵ ਜੀ ਆਏ ਹੋਏ ਨੇ। ਕੋਈ ਦਰੀ ਕੱਢ ਨਵੀਂ, ਮੇਰੇ ਗੁਰੂ ਸਰ ਨਵੀਂ ਦਰੀ ਵਿਛਾਉਣੀ ਆ। ਉਹਦਾ ਮਰਦਾਨਾ ਬਾਲਾ ਨਹੀਂ, ਬਾਲਾ ਨਹੀਂ ਸੀ, ਇਕੱਲਾ ਮਰਦਾਨਾ ਹੀ ਸੀ। ਮਰਦਾਨਾ ਪੂਰੇ ਲੱਗਿਆ ਆ ਰਿਹਾ ਮਗਰ ਲਾਡੋ। ਤਾਂ ਸਾਧ ਸੰਗਤ ਦਰਖਤ ਦੇ ਥੱਲੇ ਚੌਕੜਾ ਵਾਰੀ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ। ਜਾ ਕੇ ਭਾਈ ਲਾਲੋ ਨੇ ਦੌਲਤ ਬੁੱਧਰ ਨੇ ਨਮਸਕਾਰ ਕੀਤੀ। ਆਪਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਾਂਦੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋਈ ਬਚਨ ਨਹੀਂ ਕੀਤਾ, ਕੋਈ ਬਚਨ ਨਹੀਂ ਸੁਣਿਆ। ਇੰਨੇ ਬਚਨ ਕੀਤੇ, ਕਹਿੰਦੇ ਭਾਈ ਲਾਲੋ, ਕਹਿੰਦੇ ਤੇਰੀ ਡਿਊਟੀ ਇੱਕ ਆ, ਤੂੰ ਇਹਨਾਂ ਨੂੰ ਨਾਮ 'ਚ ਪਾ ਵਾਹਿਗੁਰੂ ਦਾ, ਇਹਨਾਂ ਤੋਂ ਪੁੰਨਦਾਨ ਕਰਾ ਦਿਓ ਥੋੜ੍ਹਾ ਬਹੁਤਾ, ਨਹੀਂ ਤਾਂ ਉਹਨਾਂ ਵਾਰ ਦੀਆਂ ਬੀਆਂ ਦੇ ਵਿੱਚ ਕੱਲ੍ਹ ਨੂੰ ਖੂਨ ਹੈ ਖੂਨ ਚੱਲੂਗਾ। ਇੱਥੇ ਰੱਬ ਦਾ ਭਾਣਾ ਵਰਤਣ ਵਾਲਾ, ਇੱਥੇ ਮੁਸਲਮਾਨ ਫਕੀਰ ਦੀਆਂ ਫੌਜਾਂ ਚੜ੍ਹ ਕੇ ਆ ਰਹੀਆਂ ਨੇ। ਜਿਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਕੀਤਾ ਸੀ, ਬਲਿਦਾਨ ਕਰਨਗੇ, ਨਾਮ ਜਪਣਗੇ, ਕੋਈ ਬਚਾਅ ਹੋ ਜੂ, ਨਹੀਂ ਬਚਾਅ ਨਹੀਂ ਹੋਣਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਰਬਾਬ ਮਰਦਾਨਾ ਵਜਾਉਂਦਾ, ਆਪ ਬਚਨ ਕਰਦੇ ਨੇ। ਜਦੋਂ ਭਾਈ ਲਾਲੋ ਨੂੰ ਮਿਲੇ, ਜਦ ਇਹ ਬੁੱਕਲ ਦੇ ਵਿੱਚ ਰਹਿ ਕੇ ਇੱਦਾਂ ਬੁੱਕਲ 'ਚ ਰਹਿੰਦੇ ਸੀ, ਇੱਦਾਂ ਹੈ ਬੁੱਕਲ ਵਿੱਚ ਰਹਿ ਕੇ, ਅਤੇ ਆਪ ਬਚਨ ਕਰਦੇ ਨੇ ਇੱਦਾਂ ਪੜ੍ਹੋ ਸਾਧ ਸੰਗਤ ਜੀ। ਵਰਤਣਾ ਏ ਹੁਣ ਬਾਣਾ ਕਰਤਾਰ ਦਾ, ਵਰਤਣਾ ਏ ਹੁਣ ਬਾਣਾ ਕਰਤਾਰ ਦਾ। ਵਰਤਣਾ ਏ ਹੁਣ
ਪਾਣਾ ਕਰਤਾਰਾ ਵਰਤਣਾ ਏ ਹੁਣ ਪਾਣਾ ਕਰਤਾਰਾ ਪਾਣਾ ਕਰਤਾਰ ਦਾ ਹੁਣ ਪਾਣਾ ਕਰਤਾਰ ਦਾ ਪਾਣਾ ਕਰਤਾਰ ਦਾ ਜੀ ਪਾਣਾ ਕਰਤਾਰ ਦਾ ਵਰਤਣਾ ਹੈ ਹੁਣ ਪਾਣਾ ਕਰਤਾਰਾ ਵਰਤਣਾ ਹੈ ਹੁਣ ਪਾਣਾ ਕਰਤਾਰਾ ਇੰਨੇ ਨੂੰ ਜਿਵੇਂ ਸੰਨ 47 ਦਾ ਹਾਲ ਹੋਇਆ। ਸੰਨ 47 ਦੇ ਵਿੱਚ ਇਕੱਠੇ ਰੋਟੀ ਖਾਂਦੇ, ਇਕੱਠੇ ਰੋਟੀ ਪੱਕਦੀ, ਜਿਹੜੇ ਚੁੱਲ੍ਹੇ 'ਤੇ ਇਕੱਠੀ ਰੋਟੀ ਪੱਕਦੀ ਉਹਨਾਂ ਦੇ ਉੱਪਰ ਖੂਨ ਚੱਲਿਆ। ਜਿਹੜੇ ਕਮਰੇ ਵਿੱਚ ਇਕੱਠੇ ਪ੍ਰਸ਼ਾਦਾ ਛਕਦੇ ਮੁਸਲਮਾਨ ਅਤੇ ਹਿੰਦੂ, ਤੇ ਖੂਨ ਚੱਲਿਆ ਮੁਸਲਮਾਨਾਂ ਅਤੇ ਹਿੰਦੂਆਂ ਦਾ। ਅਹਿਮਦਾਬਾਦ ਸ਼ਹਿਰ ਦੇ ਵਿੱਚ ਜਿੱਥੇ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਵਰਦਾਨਿਆ, ਜਾ ਕੇ ਕਿਹਾ ਸਾਡਾ ਇੱਕ ਸੇਵਕ ਰਹਿੰਦਾ ਭਾਈ ਲਾਲੋ, ਉੱਥੇ ਉਹ ਨਾਮ ਜਪਦਾ, ਨਾਲ ਹੋਰਾਂ ਵੀ ਜਪਾ ਦੂਗਾ, ਉਹਦਾ ਭਲਾ ਹੋ ਜੂਗਾ। ਉੱਥੇ ਤਾਂ ਕਹਿਰ ਵਰਤਣ ਵਾਲਾ, ਪਾਣਾ ਕਰਤਾਰ ਦਾ ਵਰਤਣ ਵਾਲਾ। ਫਿਰ ਗੁਰੂ ਕੋ ਉਹੀ ਗੱਲ ਹੋਈ। ਦਿੱਲੀ ਤੋਂ ਮੁਸਲਮਾਨਾਂ ਨੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੈਦ ਬਣਾਇਆ ਸੀ, ਚੱਕੀ ਚਲਵਾਈ ਸੀ ਜਿਨ੍ਹਾਂ ਨੇ, ਉਹੀ ਮੁਸਲਮਾਨਾਂ ਨੇ ਅਹਿਮਦਾਬਾਦ ਦੇ ਵਿੱਚ ਜਾ ਕੇ ਘੇਰਾ ਪਾ ਲਿਆ। ਸੁੱਤੇ ਪਏ ਪਰਿਵਾਰ ਦੱਬ ਰਹੇ, ਕਿਰਪਾਨਾਂ ਨਾਲ, ਬਰਛਿਆਂ ਨਾਲ, ਤੇਗਾਂ ਨਾਲ ਵੱਢ ਕੇ ਕਤਲੇ ਕਰਤੇ। ਅਹਿਮਦਾਬਾਦ ਸ਼ਹਿਰ ਦੀਆਂ ਬੀਹਾਂ ਦੇ ਵਿੱਚ ਖੂਨ ਚੱਲਿਆ, ਮੇਰਾ ਖੂਨ ਚੱਲਿਆ। ਕਿਉਂ? ਬੱਚੇ ਨਹੀਂ ਬੰਦੇ ਸੀ। ਕੋਈ ਵੀ ਮਹਾਂਪੁਰਸ਼ ਆ, ਉਹ ਚਾਹੇ ਛੋਟੇ ਵਰਜ ਕਰਦਾ ਚਾਹੇ ਬੜੇ ਕਰਦਾ, ਹਰੇਕ ਵਰਜ 'ਚ ਰਾਗ ਹੋਊਗਾ ਉਹਨਾਂ ਦਾ। ਹਰੇਕ ਬੱਚੇ ਦੇ ਵਿੱਚ ਕੋਈ ਰਾਗ ਛੁਪਿਆ ਹੋਊਗਾ, ਉਹਨੂੰ ਪਛਾਣ ਲੈਣਾ ਹੀ ਭਗਤੀ ਹੈ। ਉਹਨੂੰ ਪਛਾਣ ਲਿਆ ਤਾਂ ਪੂਰ ਚੜ੍ਹ ਗਿਆ, ਜੇ ਨਾ ਪਛਾਣ ਲਿਆ ਤਾਂ ਵਿਚਾਰੇ ਡੁੱਬਾ ਰਹਿ ਗਏ। ਫਿਰ ਮਹਾਂਪੁਰਸ਼ ਤ੍ਰੈ ਕਾਲੀ ਹੁੰਦੇ ਨੇ, ਉਹਨੂੰ ਪਹਿਲਾਂ ਪਤਾ ਹੁੰਦਾ ਜਿਹਦਾ ਹੁੰਦਾ ਤ੍ਰੈ ਕਾਲਾਂ ਦੀ ਸੋਝੀ ਹੁੰਦੀ ਆ। ਉਹਨੂੰ ਪਾਪ ਕਹਿ ਲਓ, ਤ੍ਰੈ ਕਾਲੀ ਕਹਿ ਲਓ, ਆਉਣ ਵਾਲੇ ਸਮੇਂ ਦਾ ਪਤਾ ਹੁੰਦਾ ਉਹ ਕਹਿ ਲਓ, ਪਰ ਹੋਰ ਤਾਂ ਕਿਸੇ ਨੂੰ ਮੇਰਾ ਖਿਆਲ ਪਤਾ ਨਹੀਂ ਹੁੰਦਾ। ਬਾਣੀ ਕਹਿੰਦੀ ਇਹਦੇ ਬਾਰੇ, ਸੱਚ ਕੀ ਮਹਿਮਾ ਭੇਦ ਨਾ ਜਾਣੇ, ਜੇਤਾ ਸੁਣੇ ਤੇਤਾ ਮੁਖਿਆਣੇ। ਅਤੇ ਫਿਰ ਜੋ ਬਚਨ ਕੀਤੇ ਗੁਰੂ ਨਾਨਕ ਪਾਤਸ਼ਾਹ ਨੇ ਨਾ ਮੰਨੇ ਉਹਨਾਂ ਨੇ, ਅਹਿਮਦਾਬਾਦ ਸ਼ਹਿਰ ਦਾ ਬੁਰਾ ਹਾਲ ਹੋ ਗਿਆ।
ਇੱਕ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ। ਮੇਰਾ ਤਾਂ ਇੱਕੋ ਹੀ ਮਸਲਾ ਵੀ ਗੁਰੂ ਕੋ ਹੁਕਮ ਮੰਨਿਆ ਹੋਈਏ ਪ੍ਰਮਾਣ ਤਾਂ ਖਾਸਵੇ ਕਾ ਮਹਿਲ ਪਾਏ ਸੀ। ਹੁਕਮ ਮੰਨੋ, ਬਚਨ ਮੰਨੋ, ਇੱਕ ਇੱਕ ਵਚਨ ਦੇ ਵਿੱਚ ਰਾਗ ਆ ਅਤੇ ਇੱਦਾਂ ਭਰੋਸਾ ਸੇ ਇੱਕ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ। ਹੋ ਜਾਂਦੇ ਨੇ ਜੀ ਪੂਰੇ ਬੋਲ ਸਾਧੂਆਂ ਦੇ, ਹੋ ਜਾਂਦੇ ਨੇ ਜੀ ਪੂਰੇ ਬੋਲ ਸਾਧੂਆਂ ਦੇ। ਹੋ ਜਾਂਦੇ ਨੇ ਜੀ ਪੂਰੇ ਬੋਲ ਸਾਧੂਆਂ ਦੇ, ਹੋ ਜਾਂਦੇ ਨੇ ਜੀ ਪੂਰੇ ਬੋਲ ਸਾਧੂਆਂ ਦੇ। ਬੋਲ ਸਾਧੂਆਂ ਦੇ ਜੀ, ਬੋਲ ਸਾਧੂਆਂ ਦੇ, ਬੋਲ ਸਾਧੂਆਂ ਦੇ, ਬੋਲ ਸਾਧੂਆਂ ਦੇ। ਬੋਲ ਸਾਧੂਆਂ ਦੇ, ਬੋਲ ਸਾਧੂਆਂ ਦੇ, ਬੋਲ ਸਾਧੂਆਂ ਦੇ ਜੀ, ਬੋਲ ਸਾਧੂਆਂ ਦੇ। ਹੋ ਜਾਂਦੇ ਨੇ ਜੀ ਪੂਰੇ ਬੋਲ ਸਾਧੂਆਂ ਦੇ, ਹੋ ਜਾਂਦੇ ਨੇ ਜੀ ਪੂਰੇ ਬੋਲ ਸਾਧੂਆਂ ਦੇ। साधु बोले सहज समाए, साधु का बोलिया साधु बोतर बहुत डरदा हुंदा। सो इस तरह इन्ने बचन अपने याद रखो, पगाओ। समा हो गया, समय के अंदर रहने, क्योंकि दीवार लगे से कल भी कई फोन आ गया, अज भी कई फोन आए। मैं क्या भी थोड़ा समा दीवार लाए जाता ठीक आ,
क्योंकि संगतां नूं पता लगदा रहंदा बेचारियां नूं। संगत खुश रहंदी है क्योंकि जे चलो बहुते नहीं हुंदे तां बसदा संगतां दर्दी ਹੁੰਦੀਆਂ ਨੇ ਸੰਗਤਾਂ ਦੀਆਂ। ਹਮਦਰਦੀ ਹੁੰਦੀ ਹੈ ਜਿਹੜੇ ਹਮਦਰਦੀ ਹੁੰਦੇ ਨੇ ਉਹਨਾਂ ਨੂੰ ਬਹੁਤ ਇੱਕ ਫਿਕਰ ਲੱਗਿਆ ਰਹਿੰਦਾ ਹੈ, ਸਰੀਰ ਦਾ ਫਿਕਰ ਲੱਗਿਆ ਰਹਿੰਦਾ ਹੈ। ਮੈਂ 24 ਘੰਟੇ ਜਦੋਂ ਮੈਨੂੰ ਪਤਾ ਲੱਗਣਾ ਰਾੜਾ ਸਾਹਿਬ ਵਾਲੇ ਮਹਾਂਪੁਰਖ ਢਿੱਲੇ ਹੋ ਗਏ, ਮੈਂ ਫਟਾਫਟ ਸਕੂਟਰੀ ਚੱਕਣੀ, ਕਿਸੇ ਨਹੀਂ ਪੁੱਛਦਾ ਸੀ ਸਾਡਾ। ਮੈਂ ਆਪਣਾ ਕੀਨ ਸਮਝਿਆ ਸੀ, ਧਰਮ ਸਮਝਿਆ ਸੀ। ਮੈਨੂੰ ਪਤਾ ਲੱਗਣਾ ਮਹਾਂਪੁਰਸ਼ਾਂ ਦੇ ਸਰੀਰ ਢਿੱਲਾ ਹੋ ਗਿਆ ਰਾੜਾ ਸਾਹਿਬ ਵਾਲਿਆਂ ਦਾ। ਮੈਂ ਜਦੋਂ ਆਪਣੀ ਸਕੂਟਰੀ ਚੱਕਣੀ, ਪਿੰਡਾਂ ਦੇ ਵਿੱਚ ਜਾ ਕੇ ਇੰਨੇ ਪਾਠ ਭਾਈ ਮੂਲ ਮੰਤਰ ਦੇ ਕਰੋ, ਇੰਨੇ ਪਾਠ ਜਪੁ ਸ਼ਬਦ ਦੇ ਕਰੋ। ਮਹਾਂਪੁਰਖ ਢਿੱਲੇ ਨੇ, ਉਹਨਾਂ ਦੇ ਨਿਮਰਤ ਆਪਣੇ ਉਹਨਾਂ ਦੇ ਸਰੀਰ ਦੀ ਚੜ੍ਹਦੀ ਕਲਾ ਦੇ ਵਾਸਤੇ, ਸਰੀਰ ਦੀ ਸੁੱਖ ਸ਼ਾਂਤੀ ਦੇ ਵਾਸਤੇ ਆਪਾਂ ਨੇ ਇਹ ਜਾਪ ਕਰਨੇ ਸ਼ੁਰੂ ਕਰ ਦਿਓ। ਜਿੱਥਾ ਸਖਤ ਜੋ ਵੀ ਪੁੰਨਦਾਨ ਹੁੰਦਾ ਉਹਨਾਂ ਦੇ ਨਿਮਰਤ ਚਾਹੇ ਭੁੱਖੇ ਪੈਸੇ ਸਾਧੂ ਨੂੰ ਇੱਕ ਪ੍ਰਸਾਦੇ ਛਕਾ ਦਿਓ, ਉਹਦੇ ਨਿਮਰਤ। ਅਤੇ ਇਸ ਤਰ੍ਹਾਂ ਵੀ ਮੈਂ ਤਾਂ ਇਹ ਆਪਣੀ ਇੱਕ ਇਹ ਸਮਝਿਆ, ਡਿਊਟੀ ਸਮਝਿਆ ਮੈਂ। ਜਦੋਂ ਮੈਨੂੰ ਪਤਾ ਲੱਗਣਾ ਲਾਹੌਰ ਵਾਲੇ ਸਾਹਿਬ ਢਿੱਲੇ ਹੋ ਗਏ, ਮੈਂ ਜਦ ਸਕੂਟਰੀ ਚੱਕਣੀ, ਜਦ ਪਿੰਡਾਂ ਵਿੱਚ ਸੰਗਤਾਂ ਕੋਲ ਵਗ ਜਾਣਾ, ਜਾ ਕੇ ਸੇਵਾ ਲਾਉਣੀ। ਪਾਠ ਕਰੋ, ਇੰਨੇ ਜਪੁ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਪਾਠ ਕਰੋ, ਇੰਨੇ ਬਾੜਾ ਮੂਲ ਮੰਤਰ ਜਿਹਾ ਕਰੋ, ਇੰਨੀਆਂ ਗੁਰਮੰਤਰ ਜਿਹਾ ਕਰੋ, ਜਾਪ ਨਾ ਦੇਣਾ ਫਟਾਫਟ। ਨਾਲੇ ਆਪ ਵੀ ਜਾਪ ਕਰਦੇ ਫਿਰੀ ਜਾਣਾ। ਆਪ ਵੀ ਮੇਰੇ ਖੱਦਰ ਦਾ ਚੋਲਾ ਹੁੰਦਾ ਸੀ ਕੋਈ ਉੱਚਾ ਜਿਹਾ, ਸੰਤਾਂ ਨੇ ਆਪ ਪਾਇਆ ਸੀ ਲਾਹੌਰ ਸਾਹਿਬ ਵਾਲੇ ਨੇ। ਉਹ ਚੋਲਾ ਮੈਂ ਬੜਾ ਦੇਰ ਰੱਖਿਆ, ਬੜੀ ਦੇਰ ਰੱਖਿਆ ਮੈਂ ਆਪਣੇ ਸਰੀਰ ਦੇ ਨਾਲ। ਉਹ ਚੋਲਾ ਹੀ ਪਾ ਕੇ ਰੱਖਣਾ। ਮੈਂ ਖੱਦਰ ਦਾ ਚੋਲਾ ਹੁੰਦਾ ਸੀ ਉੱਚਾ। ਮੈਂ ਨਹੀਂ ਪਰਵਾਹ ਸਮਝਦਾ ਸੀ ਸਰਦੀ ਦੀ, ਮੈਂ ਨਹੀਂ ਪਰਵਾਹ ਸਮਝਦੀ ਗਰਮੀ ਦੀ, ਮੈਂ ਨਹੀਂ ਪਰਵਾਹ ਸਮਝਦੀ ਸਿਆਲ ਦੀ, ਨਾ। ਮੈਂ ਜਾ ਕੇ ਮੈਂ ਆਪਣੀ ਡਿਊਟੀ ਨੂੰ ਆਉਂਦੇ ਫਿਰੀ ਜਾਣਾ। ਇੱਕ ਵਾਰੀ ਸੰਤ ਬਾਹਰ ਹੋ ਗਏ, ਬੜੇ ਬਹੁਤ ਬਾਹਰ ਹੋਏ। ਕੋਲ ਵਾਲਿਆਂ ਦੇ ਮਹਾਰਾਜ ਜੀ ਗਏ ਹੋਏ, ਉੱਧਰੋਂ ਉਹਨਾਂ ਦਾ ਰਿਐਕਸ਼ਨ ਅਮਰੀਕਾ ਤੋਂ ਆਇਆ ਕਰੇ। ਇੱਕ ਉਹਦੀ ਕੋਠੀ ਉਹ ਠਹਿਰ ਗਏ ਸੀ ਸੰਤ ਮਹਾਰਾਜ, ਅਤੇ ਫਿਰ ਰੋਜ਼ ਦਾ ਇੱਕ ਇੰਜੈਕਸ਼ਨ ਲੱਗਣਾ। ਇੱਧਰ ਸਾਨੂੰ ਪਤਾ ਲੱਗਣਾ, ਅਸੀਂ ਜਾ ਕੇ ਨਾਮ ਦੇ ਇੰਜੈਕਸ਼ਨ ਲਾਉਣ ਲੱਗ ਜਾਣਾ। ਮਹਾਂਪੁਰਸ਼ ਦੇ ਪ੍ਰਤੀ ਨਾਮ 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 ਨਾਮ। ਜਦੋਂ ਲਾਹੌਰ ਵਾਲੇ ਸੰਤਾਂ ਪ੍ਰਤੀ ਪਤਾ ਲੱਗਣਾ, ਮੈਂ ਜਿਹੜੇ ਸਕੂਲ ਚੱਕ ਲੈਣਾ ਪੜਾ, ਕਿਸੇ ਨਹੀਂ ਪੁੱਛਣਾ ਨਾ। ਮੇਰੀ ਡਿਊਟੀ 'ਚ ਮੈਂ ਆਪਣੀ ਡਿਊਟੀ ਸਮਝਦਾ ਸੀ, ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਹੈਗਾ। ਮੈਂ ਉਹਦੇ ਵਿੱਚ ਨਾਮ ਭਜਨ ਬੰਦਗੀ ਜਿਹੜੇ ਸ਼ੁਰੂ ਕਰਾਉਂਦਾ ਸੀ। ਯਾਨੀ ਫਿਕਰ ਰਿਹਾ ਸੀ, ਲੱਗਿਆ ਵੀ ਮਹਾਂਪੁਰਸ਼ ਦਾ ਸਰੀਰ ਠੀਕ ਰਹੇ। ਰੋਟੀ ਨਹੀਂ ਖਾਣੀ, ਉਹਨਾਂ ਨੇ ਚਲੋ ਪ੍ਰਸਾਦਾ ਨਹੀਂ ਛਕਣਾ ਦੇ ਦਿਓ। ਜਿਹੜਾ ਚਿਰ ਮੈਨੂੰ ਇਹ ਨਾ ਪਤਾ ਲੱਗਣਾ ਕੋਈ ਸੰਤ ਮਹਾਰਾਜ ਚੜ੍ਹਦੀ ਕਲਾ ਵਿੱਚ ਬੈਠ ਕੇ ਲੋੜ ਜਾਪ ਕਰਦੇ ਰਹੇ, ਬੈਠਦੇ ਰਹੇ, ਉਹਨਾਂ ਚਿਰ ਮਨ ਸ਼ਾਂਤ ਨਾ ਹੋਣਾ। ਅਤੇ ਇਸ ਤਰ੍ਹਾਂ ਵੀ ਜਿੱਥੇ ਵੀ ਆਪਾਂ ਰਹੀਏ ਉੱਥੇ ਦੇ ਗੁਣ ਗਾਈਏ। ਐਵੇਂ ਵੀ ਖਾਈਏ ਪੀਏ ਕਿੱਥੇ ਦਾ, ਗੁਣ ਗਾਈਏ ਕਿੱਥੇ ਦੇ, ਇਹ ਨਹੀਂ ਹੁੰਦਾ। ਉਹ ਕਿਰਤਕਾਰ ਵਾਲੀ ਬੱਸ ਆ ਜਾਂਦੀ ਹੈ, ਪਰ ਕਿਰਤਕਾਰ ਨਹੀਂ ਬਣਨਾ ਪਵੇ। ਅਤੇ ਮੈਂ ਕਰ ਲਊ ਤੁਹਾਨੂੰ ਸ਼ਾਇਦ ਆਪਣੇ ਆਊਗਾ ਵੀ ਉਹ ਕਾਰਡ ਦਿੱਤਾ ਆਪਾਂ ਸੰਗਤਾਂ 'ਚ ਕਾਰਡ ਦੇ ਸਕਦੇ ਉਹਨੂੰ। ਹਾਂਜੀ ਜਨਮ ਦਿਹਾੜੇ 'ਤੇ
ਆਊਗਾ ਉਹ ਮੇਰਾ ਖਰਾ 30 ਸਾਲੀ 50 ਸਾਲ ਬਾਅਦ ਇਹ ਹੋਈ ਆ ਖੇਡ। ਅਤੇ ਉਸ ਤੋਂ ਬਾਅਦ ਦੇ ਵਿੱਚ ਆਪਣੀ ਖਬਰ ਵੀ ਲਾਊਗਾ, ਜ਼ਰੂਰ ਲਾਊਗਾ। ਰਾਣਾ ਸਾਹਿਬ ਦਾ ਮੇਨ ਪੱਤਰਕਾਰ ਸੀ ਉਹ। ਲਾਲੀ ਰਾਜੇ ਵਾਲੀ ਆ ਪਾਲੀ ਪਾਲਾ ਸੀ ਪਾਲਾ ਰਾਜੇ ਵਾਲੇ ਸੀ। ਬਹੁਤ ਪਹਿਲਾਂ ਪਿਆਰ ਰਿਹਾ, ਪਹਿਲਾਂ ਕਾਫੀ ਪਿਆਰ ਰਿਹਾ ਇਹਦੇ ਨਾਲ। ਸਮਾਂ ਹੋ ਗਿਆ ਹੁਣ 30-40 ਸਾਲ ਹੋ ਗਏ। ਬਾਕੀ ਮਹਾਰਾਜ ਦੀ ਕਿਰਪਾ ਹੁੰਦੀ ਆ, ਇੱਦਾਂ ਕਿਰਪਾ ਬਣੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।